ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰ ਤਹਿ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਨਹੀਂ ਉਧਰ ਸਤਨਾਮ। ਇਸ ਪ੍ਰਕਾਰ ਗੁਰਫੇਰਾ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਸ ਪ੍ਰਕਾਰ ਗੁਰਫੇਰਾ ਪਾਏ, ਬਹੁਰ ਖਡੂਰ ਬਿਰਾਜੇ ਆਏ। ਸ਼੍ਰੀ ਅੰਗਦ ਨਿਤ ਬੇਪਰਵਾਹ, ਨੀਰ ਕਮਲ ਸਮ ਲੇਪ ਨਾ ਕਾਹੇ। ਇਸ ਪ੍ਰਕਾਰ ਗੁਰਫੇਰਾ ਪਾਏ, ਬਹੁਰ ਖਡੂਰ ਬਿਰਾਜੇ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆਪਣੇ ਜੱਦੀ ਪੁਸ਼ਤੀ ਨਗਰ ਮੱਤੇ ਦੀ ਸਰਾਂ ਨਾਗੇ ਦੀ ਸਰਾਂ ਜ਼ਿਲ੍ਹਾ ਜਿਹੜਾ ਵੱਜਦਾ ਮੁਕਤਸਰ ਸਾਹਿਬ, ਇਹਦੇ ਨਾਲ ਹੀ ਪਿਆਰਿਓ ਇੱਕ ਬਹੁਤ ਵੱਡਾ ਇਲਾਕਾ ਪਿੰਡ ਵੱਜਦਾ ਹਰੀਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹਰੀਕੇ ਜੋ ਨਗਰ ਹੈ ਉਥੋਂ ਦਾ ਦੌਰਾ ਕਰਨਾ ਕੀਤਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਰੀਕੇ ਗਏ ਹਨ, ਸਤਿਗੁਰੂ ਮਹਾਰਾਜ ਜੀ ਦੇ ਕੁਛ ਜਿਹੜੇ ਮੇਲੀ ਸਨ, ਜਿਹੜੇ ਕੁਛ ਰਿਸ਼ਤੇ ਨਾਤੇ ਵਾਲੇ, ਉਹ ਆ ਕਰਕੇ ਉਹਨਾਂ ਨੇ ਮਿਲਣਾ ਕੀਤਾ। ਨਾਲ ਉਥੋਂ ਦੇ ਜਿਹੜੇ ਚੌਧਰੀ ਸਰਦਾਰ ਆਦਿਕ ਸਨ, ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਬਾਬਾ ਫੇਰੂ ਮੱਲ ਜੀ ਦੇ ਸਪੁੱਤਰ ਬਾਬਾ ਲਹਿਣਾ ਜੀ ਹੁਣ ਜਿਹੜੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ ਹਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬੇਅੰਤ ਸੇਵਾ ਕਰਨੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਗੁਰਤਾ ਗੱਦੀ ਜੋ ਹੈ ਉਹਦੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਬਿਠਾਉਣਾ ਕੀਤਾ। ਭਾਵ ਕਿ ਬਾਬਾ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਗੁਰੂ ਬਣ ਕਰਕੇ ਆਪਣੇ ਨਗਰ ਦੇ ਵਿੱਚ ਆਏ, ਤੇ ਇਹ ਜਿਹੜੇ ਚੌਧਰੀ ਸਿਕਦਾਰ ਸਰਦਾਰ ਆਦਿਕ ਸਨ, ਉਹਨਾਂ ਦੇ ਮਨ ਵਿੱਚ ਵੀ ਆਇਆ ਕਿ ਚਲੋ ਆਪਾਂ ਵੀ ਚੱਲ ਕੇ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਨਾ ਕਰੀਏ, ਮਿਲ ਕੇ ਤਾਂ ਆਈਏ। ਤੇ ਜਿਸ ਤਰ੍ਹਾਂ ਇਹ ਰਾਜਨੀਤਿਕ ਲੋਕ ਵੱਡੇ ਲੋਕ ਹੁੰਦੇ ਹਨ, ਤੇ ਇਹ ਪਿਆਰਿਓ ਕਈ ਵਾਰੀ ਵੇਖਦੇ ਹਾਂ ਆਪਾਂ, ਜਦੋਂ ਇਹਨਾਂ ਦਾ ਸਵਾਰਥ ਹੋਵੇ ਆਪ ਇਹ ਚੱਲ ਕਰਕੇ ਆਉਂਦੇ, ਜਦੋਂ ਇਹਨਾਂ ਦਾ ਸਵਾਰਥ ਖਤਮ ਹੋ ਜਾਵੇ ਫਿਰ ਪਿਆਰਿਓ ਪਬਲਿਕ ਜਿਹੜੀ ਹੈ, ਆਮ ਲੋਕ ਇਹਨਾਂ ਦੇ ਮਗਰ ਲੱਗਦੀ ਹੈ, ਫਿਰ ਇਹ ਉਹਨਾਂ ਨੂੰ ਮਿਲਦੇ ਨਹੀਂ ਹਨ, ਉਹਨਾਂ ਤੋਂ ਦੂਰ ਪਰਹੇਜ਼ ਗੁਰਹੇਜ਼ ਕਰਦੇ। ਅਕਸਰ ਆਪਾਂ ਵੇਖਦੇ ਹਾਂ ਜਦੋਂ ਇਲੈਕਸ਼ਨ ਦਾ ਵੋਟਿੰਗ ਦਾ ਟਾਈਮ ਆਉਂਦਾ, ਇਹ ਵੱਡੇ ਵੱਡੇ ਮੰਤਰੀ ਫਿਰ ਉਤਰ ਜਾਂਦੇ, ਧਰਤੀ ਤੇ ਆ ਜਾਂਦੇ, ਫਿਰ ਗਰੀਬਾਂ ਦੇ ਕੋਲ ਕਸਬਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਾ ਕਰਕੇ ਮਿਲਣਾ। ਇੱਕ ਵਾਰੀ ਜਦੋਂ ਮੁਰਾਦਬਾ ਪ੍ਰਾਪਤ ਹੋ ਜਾਵੇ ਫਿਰ ਪਿਆਰਿਓ ਇਹਨਾਂ ਨੂੰ ਕੋਈ ਯਾਦ ਨਹੀਂ ਆਉਂਦਾ। ਫਿਰ ਇਲੈਕਸ਼ਨ ਹੋਣ ਤੇ ਸਾਧੂਆਂ ਦੀ ਸੰਤਾਂ ਦੀ ਵੀ ਬੜੀ ਯਾਦ ਆਉਂਦੀ ਹੈ, ਤੇ ਕਈ ਪਿਆਰਿਓ ਸਾਧੂ ਸੰਤ ਵੀ ਜਿਹੜੇ ਹਨ ਉਹ ਫਿਰ ਇਹਨਾਂ ਦਾ ਪ੍ਰਚਾਰ ਕਰਦੇ ਹਨ, ਤਾਂ ਕਰਕੇ ਇਹ ਉਹਨਾਂ ਦੀ ਮਦਦ ਕਰਦੇ। ਇਸ ਤਰ੍ਹਾਂ ਹੀ ਇਹਨਾਂ ਨੂੰ ਵੀ ਲੱਗਿਆ ਕਿ ਸਤਿਗੁਰੂ ਮਹਾਰਾਜ ਵੀ ਇਸ ਤਰ੍ਹਾਂ ਦੇ ਕੋਈ ਸਾਧ ਹੋਣਗੇ। ਆਪ ਪਿਆਰਿਓ ਚੌਧਰੀ ਸਿਕਦਾਰ ਉਮਰਾਵ ਜਦੋਂ ਚੱਲ ਕਰਕੇ ਆਏ, ਆਉਣ ਤੋਂ ਪਹਿਲਾਂ ਹੀ 2-4 ਬੰਦਿਆਂ ਨੂੰ ਇਹਨਾਂ ਨੇ ਭੇਜ ਦੇਣਾ ਕੀਤਾ ਕਿ ਮੰਤਰੀ ਜੀ ਆ ਰਹੇ ਹਨ, ਸਰਦਾਰ ਸਾਹਿਬ ਆ ਰਹੇ ਹਨ, ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਕਰਕੇ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਆਸਣ ਦੇ ਨਾਲ ਇੱਕ ਛੋਟਾ ਭੰਗੂੜਾ ਜਿਹੜਾ ਹੈ, ਛੋਟਾ ਚੌਪਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ, ਭਾਵ ਕਿ ਆਪਣੇ ਆਸਣ ਤੋਂ ਥੋੜਾ ਹੇਠ ਮਹਾਰਾਜ ਜੀ ਨੇ ਦੂਜਾ ਆਸਣ ਵਿਛਾਉਣਾ ਕੀਤਾ ਉਹਨਾਂ ਨੂੰ ਬਿਠਾਉਣ ਵਾਸਤੇ। ਜਦੋਂ ਇਹ ਸਰਦਾਰ ਆਏ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਚੌਧਰੀ ਸੀ, ਉਹਨੇ ਜਦੋਂ ਵੇਖਿਆ ਕਿ ਭਾਈ ਮੇਰਾ ਆਸਣ ਤਾਂ ਇਹਨਾਂ ਨੇ ਹੇਠਾਂ ਨੂੰ ਲਾਉਣਾ ਕੀਤਾ, ਆਪ ਸਤਿਗੁਰੂ ਮਹਾਰਾਜ ਵੱਡੇ ਆਸਣ ਤੇ ਬੈਠੇ ਹੋਏ ਹਨ, ਚਾਹੀਦਾ ਤਾਂ ਇਹ ਸੀ ਕਿ ਮੈਨੂੰ ਇਹ ਵੱਡਾ ਆਸਣ ਦਿੰਦੇ, ਆਪ ਛੋਟੇ ਆਸਣ ਤੇ ਬਹਿੰਦੇ। ਦੂਜੇ ਜਿਹੜੇ ਸਾਧੂ ਸੰਤ ਇਲਾਕੇ ਦੇ ਉਹ ਮੇਰਾ ਬੜਾ ਸਨਮਾਨ ਕਰਦੇ ਹਨ, ਜਦੋਂ ਵੀ ਮੈਂ ਜਾਂਦਾ ਹਾਂ
ਉਹ ਮੈਨੂੰ ਆਪਣਾ ਵੱਡਾ ਆਸਣ ਦੇ ਦਿੰਦੇ, ਆਪ ਨੀਵੇਂ ਆਸਣ ਤੇ ਬਹਿੰਦੇ, ਲੇਕਿਨ ਇਹਨਾਂ ਨੇ ਮੈਨੂੰ ਛੋਟਾ ਆਸਣ ਦੇ ਦਿੱਤਾ ਤੇ ਆਪ ਵੱਡੇ ਆਸਣ ਦੇ ਵਿੱਚ ਬੈਠ ਗਏ। ਇਹੀ ਤਾਂ ਪਿਆਰਿਓ ਦੁਨੀਆਦਾਰੀ ਦੇ ਜੋ ਸੰਤ ਹਨ ਤੇ ਅਸਲੀ ਸੰਤਾਂ ਦੇ ਵਿੱਚ ਇਹੀ ਤਾਂ ਫਰਕ ਹੁੰਦਾ। ਆਮ ਕਈ ਵਾਰੀ ਆਪਾਂ ਵੇਖਦੇ ਹਾਂ ਦੁਨੀਆਦਾਰੀ ਦੇ ਇਹੋ ਜਿਹੇ ਲੋਕ, ਜਿਹੜਾ ਬੰਦਾ ਪਿਆਰਿਓ ਇਹਨਾਂ ਦੇ ਅੱਗੇ ਅਣਖ ਦੇ ਨਾਲ ਰਹਿੰਦਾ ਉਹਦੇ ਮੱਥੇ ਨਹੀਂ ਲੱਗਦੇ, ਉਹਨਾਂ ਨੂੰ ਫਿਰ ਉਹ ਸਤਿਕਾਰ ਵੀ ਕਰਦੇ। ਜਿਹੜਾ ਆਪਣੀ ਅਣਖ ਵੇਚ ਕਰਕੇ ਭਾਵ ਕਿ ਇਹਨਾਂ ਦੀ ਚਾਪਲੂਸੀ ਕਰਦਾ, ਫਿਰ ਉਹਨੂੰ ਵੀ ਚੰਗੀ ਤਰ੍ਹਾਂ ਫਿਰ ਆਪਣਾ ਇਹ ਗੁਲਾਮ ਬਣਾ ਕਰਕੇ ਰੱਖ ਲੈਂਦੇ ਹਨ। ਸਤਿਗੁਰੂ ਮਹਾਰਾਜ ਅਣਖ ਦੇ ਵਿੱਚ ਸਨ, ਭਾਵ ਕਿ ਸਤਿਗੁਰੂ ਮਹਾਰਾਜ ਆਪਣੇ ਆਸਣ ਤੇ ਟਿਕੇ ਰਹੇ, ਉਹਨੂੰ ਆਸਣ ਨਹੀਂ ਦਿੱਤਾ। ਉਹ ਫਿਰ ਅਹੰਕਾਰੀ ਬਣ ਕਰਕੇ ਆਪ ਪਿਆਰਿਓ ਆ ਗਿਆ। ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਇਹਦੇ ਵਾਸਤੇ ਆਸਣ ਲਾਇਆ ਸੀ, ਸਿੱਖਾਂ ਨੇ ਵੀ ਕਿਹਾ ਕਿ ਭਾਈ ਇੱਥੇ ਬਹਿ ਜਾ। ਉਹਦੇ ਮਨ ਵਿੱਚ ਆਇਆ ਕਿ ਮੈਂ ਇੱਥੇ ਬੈਠਾਂਗਾ ਤੇ ਮੇਰੀ ਹੇਠੀ ਹੋ ਜਾਵੇਗੀ। ਲੋਕਾਂ ਨੇ ਕਹਿਣਾ ਸਰਦਾਰ ਸਾਹਿਬ ਮਹਾਰਾਜ ਜੀ ਦੇ ਅੱਗੇ ਛੋਟੇ ਆਸਣ ਤੇ ਬੈਠ ਗਏ, ਮੈਨੂੰ ਵੱਡੇ ਆਸਣ ਤੇ ਬੈਠਣਾ ਚਾਹੀਦਾ। ਸਿੱਖਾਂ ਨੇ ਪਿਆਰੇ ਉਹਨੂੰ ਬਥੇਰਾ ਰੋਕਿਆ ਕਿ ਭਾਈ ਤੂੰ ਇੱਥੇ ਬੈਠ, ਇਹ ਤਾਂ ਮਹਾਰਾਜ ਜੀ ਦਾ ਆਸਣ ਹੈ। ਤੇ ਉਹਨੇ ਫਿਰ ਸਿੱਧਾ ਧੱਕਾ ਮਾਰ ਕਰਕੇ ਸਿੱਧਾ ਮਹਾਰਾਜ ਜੀ ਦੇ ਆਸਣ ਤੇ ਚੜ ਕਰਕੇ ਤੇ ਨਾਲ ਸਿਰਾਨੇ ਦੇ ਵੱਲ ਇਹਨੇ ਪੈਰ ਪਸਾਰ ਕੇ ਬੈਠ ਜਾਣਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਵੇਖਿਆ, ਵੇਖ ਕਰਕੇ ਮਨ ਹੀ ਮਨ ਮਹਾਰਾਜ ਜੀ ਮੁਸਕਰਾਏ। ਮਹਾਰਾਜ ਜੀ ਨੇ ਸੋਚਿਆ ਕਿ ਭਾਈ ਇਹ ਨਹੀਂ ਬੋਲ ਰਿਹਾ, ਇਹਦੇ ਅੰਦਰ ਦਾ ਜੋ ਅਹੰਕਾਰ ਹੈ ਨਾ ਚੌਧਰੀ ਪੁਣੇ ਦਾ, ਰਾਜਨੀਤਿਕ ਦਾ, ਉਹ ਇਹਦਾ ਅਹੰਕਾਰ ਜਿਹੜਾ ਹੈ ਇਹ ਹਲੋਰੇ ਖਾ ਰਿਹਾ, ਉਹ ਬੋਲ ਰਿਹਾ ਹੈ। ਖੈਰ ਪਿਆਰਿਓ ਫਿਰ ਇਹਨੇ ਆਮ ਜਿਸ ਤਰ੍ਹਾਂ ਇਹ ਵੱਡੇ ਲੋਕ ਗੱਲਬਾਤ ਕਰਦੇ, ਠੀਕ ਠਾਕ ਹੈ, ਰਾਜੀ ਬਾਜੀ ਹੋ, ਇਹ ਹੈ, ਕੋਈ ਲੈਣਾ ਦੇਣਾ ਨਹੀਂ ਹੁੰਦਾ, ਆਪਣਾ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰਹਿ। ਆਪਣੇ ਸਵਾਰਥ ਵਾਸਤੇ ਆ ਕਰਕੇ ਉਹਨੇ ਬੈਠਣਾ ਕੀਤਾ, ਗੱਲਾਂ ਬਾਤਾਂ ਤਾਂ ਹੋ ਗਈਆਂ, ਫਿਰ ਵਾਪਸ ਇਹ ਚੱਲ ਗਿਆ। ਸਿੱਖਾਂ ਨੇ ਬੜਾ ਬੁਰਾ ਮਨਾਇਆ, ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਿਹਾ ਸਤਿਗੁਰੂ ਮਹਾਰਾਜ ਇਹਨੇ ਤਾਂ ਗੁਰੂ ਘਰ ਦੀ ਅਵੱਗਿਆ ਕਰਨੀ ਕੀਤੀ ਹੈ, ਗੁਰੂ ਕੀ ਇਹਨੇ ਤੌਹੀਨ ਕਰਨੀ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਗੁਰੂ ਘਰ ਦੀ ਤੌਹੀਨ ਕਰੇਗਾ ਉਹਨੂੰ ਆਪ ਫਲ ਭੁਗਤਣਾ ਪਵੇਗਾ। ਜਿਹੜਾ ਮਾਨ ਮਰਾਦਵਾ ਸੀ ਨਾ, ਜਿਹਦੇ ਕਰਕੇ ਇਹ ਬੜਾ ਮਾਨ ਮੱਤਾ ਹੋ ਕਰਕੇ ਆਇਆ, ਤੇ ਜੋ ਕਹਿੰਦਾ ਸੀ ਨਾ ਕਿ ਭਾਈ ਮੇਰੇ ਤਖਤ ਹਨ, ਤੇ ਇਹਦਾ ਤਖਤ ਵੀ ਨਹੀਂ ਰਵੇਗਾ, ਪੰਗੂੜਾ ਵੀ ਨਹੀਂ ਰਵੇਗਾ। ਜਿਹੜਾ ਵੀ ਪਿਆਰਿਓ ਗੁਰੂ ਘਰ ਦੇ ਵਿੱਚ ਮਾਨ ਦੇ ਨਾਲ ਆਉਂਦਾ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ। ਇਹ ਇਹੋ ਜਿਹਾ ਦਰ ਹੈ ਪਿਆਰਿਓ, ਇੱਥੇ ਮਾਨ ਕਰਕੇ ਨਹੀਂ ਆਉਣਾ ਚਾਹੀਦਾ। ਜਿਹੜਾ ਵੀ ਇੱਥੇ ਮਾਨ ਕਰਦਾ ਤੇ ਫਿਰ ਸਤਿਗੁਰੂ ਮਹਾਰਾਜ ਗਰਭ ਗੰਜਨ ਹੈ, ਉਹਦਾ ਫਿਰ ਗਰਭ ਗੰਜਨ ਕਰ ਦਿੰਦੇ ਹਨ। ਇਸ ਕਰਕੇ ਦਾਸ ਨੇ ਜਿਸ ਤਰ੍ਹਾਂ ਕੱਲ ਵੀ ਬੇਨਤੀ ਕੀਤੀ ਸੀ, ਇਹ ਜੋ ਮਰਿਆਦਾ ਹੈ ਜੋ ਸਾਡੇ ਬਜ਼ੁਰਗਾਂ ਨੇ ਮਹਾਂਪੁਰਖਾਂ ਨੇ ਕਾਇਮ ਕਰਨੀ ਕੀਤੀ, ਇਹਦੇ ਨਾਲ ਪਿਆਰਿਓ ਬਾਰੀ ਤੌਰ ਤੇ ਤਾਂ ਕੋਈ ਫਰਕ ਨਹੀਂ ਪੈ ਜਾਣਾ, ਲੇਕਿਨ ਅੰਤਰੀ ਸ਼ਰਧਾ ਜਿਹੜੀ ਹੈ ਪ੍ਰਗਟ ਹੋ ਕਰਕੇ ਆਉਂਦੀ ਹੈ, ਇੱਕ ਭਾਵਨਾ ਹੁੰਦੀ ਹੈ। ਕਿਉਂਕਿ ਕਈ ਵਾਰੀ ਕਈ ਕਹਿ ਦਿੰਦੇ ਕਿ ਭਾਈ ਮੀਂਹ ਪੈ ਰਿਹਾ, ਅਸੀਂ ਛਾਤਾ ਲੈ ਕੇ ਦਰਬਾਰ ਸਾਹਿਬ ਤੱਕ ਆਉਣਾ ਹੈ। ਨਹੀਂ ਪਿਆਰਿਓ, ਬੇਸ਼ੱਕ ਤੇ ਛਾਤੇ ਦੇ ਨਾਲ ਤੁਸੀਂ ਤਾਂ ਭਿੱਜਣ ਤੋਂ ਬਚ ਜਾਵੋਗੇ, ਲੇਕਿਨ ਉਹ ਮਰਿਆਦਾ ਜਿਹੜੀ ਹੈ ਛੱਤਰ ਤਾਣ ਕੇ ਆਉਣਾ, ਚੜ ਕਰਕੇ ਆਉਣਾ, ਇਹ ਪਿਆਰਿਓ ਗੁਰੂ ਘਰ ਦੀ ਮਰਿਆਦਾ ਨਹੀਂ ਹੈ। ਜਦੋਂ ਵੀ ਸੇਵਕ ਸਿੱਖ ਜਾਂਦੇ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਜਦੋਂ ਦਰਸ਼ਨ ਕਰਨ ਵਾਸਤੇ ਕੋਈ ਘੋੜੇ ਤੇ ਕੋਈ ਬੈਲ ਗੱਡੇ ਤੇ ਚੜ ਕੇ ਜਾਂਦਾ, ਜਦੋਂ ਮਹਾਰਾਜ ਜੀ ਦਾ ਉਹ ਨਗਰ ਜਦੋਂ ਵੱਜ ਜਾਵੇ, ਲੱਗ ਜਾਵੇ, ਉਸੇ ਵੇਲੇ ਉਤਰ ਜਾਂਦੇ ਸਨ ਨੰਗੇ ਪੈਰੀ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ। ਇਸ ਤਰ੍ਹਾਂ ਜੋ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਆਉਂਦਾ ਨਾ ਗੁਰੂ ਘਰ ਦੇ ਵਿੱਚ, ਫਿਰ ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਂਦੇ ਹਨ। ਪਹਿਲੇ ਵੀ ਪਿਆਰਿਓ ਇਸ ਤਰ੍ਹਾਂ ਦੀ ਕੁਛ ਮਰਿਆਦਾ ਜਿਹੜੀ ਸੀ, ਮਹਾਰਾਜ ਜੀ ਦੇ ਅੱਗੇ ਗੱਦੀ ਲਾ ਕਰਕੇ ਬੈਠਣਾ, ਇਹ ਚੱਲਦਾ ਸੀ। ਫਿਰ ਬਾਅਦ ਦੇ ਵਿੱਚ ਤੇ ਇਹ ਦਾਸ ਆਪ ਜੀ ਨੂੰ ਦੱਸ ਰਿਹਾ, ਫਿਰ ਜਿਨ੍ਹਾਂ ਸਿੱਖਾਂ ਨੇ ਸਿੰਘਾਂ ਨੇ ਇਸ ਗੱਲ ਦੇ ਉੱਤੇ ਮੁੱਦਾ ਚੁੱਕਣਾ ਕੀਤਾ, ਉਸ ਵੇਲੇ ਦੇ ਜਿਹੜੇ ਪੁਜਾਰੀ ਸਨ ਉਹਨਾਂ ਨੇ ਉਹਨਾਂ ਨੂੰ ਤਨਖਈਆ ਕਰ ਦਿੱਤਾ ਸੀ। ਇਹ ਗੱਲ ਜਿਹੜੀ ਹੈ ਦਰਬਾਰ ਸਾਹਿਬ ਦੀ ਹੈ। ਤੇ ਜਦੋਂ ਵੀ ਪੁਜਾਰੀ ਆਉਂਦਾ ਜਾਂ ਜਿਹੜੇ ਬੇਦੀ ਵੰਸ਼ੀ ਸਨ
ਔਰ ਜਿਹੜੇ 63 ਵੰਸ਼ੀ ਸਨ ਇਹਨਾਂ ਨੂੰ ਆਪਣੇ ਕੁਲ ਦਾ ਬੜਾ ਅਭਿਮਾਨ ਸੀ। ਤੇ ਗੁਰੂ ਘਰ ਦੇ ਵਿੱਚ ਵੀ ਜਦੋਂ ਵੀ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਆ ਕਰਕੇ ਬਹਿੰਦੇ ਤੇ ਇਹਨਾਂ ਦੇ ਸੇਵਾਦਾਰ ਕੀ ਕਰਦੇ ਸਨ ਤੇ ਇੱਕ ਆਸਣ ਜਿਹੜਾ ਹੈ, ਇੱਕ ਗੱਦਾ ਨੁਮਾ ਜਿਹੜਾ ਹੈ, ਇੱਕ ਗੱਦੀ ਵਿਛਾ ਕਰਕੇ ਸੰਗਤ ਤੋਂ ਥੋੜਾ ਜਿਹਾ ਉੱਤੇ ਤੇ ਉਹ ਗੱਦੀ ਵਿਛਾ ਕਰਕੇ ਆਸਣ ਲਾ ਕਰਕੇ ਉਹਨਾਂ ਨੂੰ ਬਿਠਾਇਆ ਜਾਂਦਾ ਸੀ। ਫਿਰ ਜਿਹੜੇ ਜੁਝਾਰੂ ਸਿੱਖਾਂ ਨੇ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨੀ ਕੀਤੀ, ਭਾਵ ਕਿ ਇਹਨਾਂ ਦੇ ਵਿੱਚ ਗਿਆਨੀ ਦਿੱਤ ਸਿੰਘ ਜੀ ਸਨ। ਗਿਆਨੀ ਦਿੱਤ ਸਿੰਘ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਇਹ ਸਾਖੀ ਵੀ ਉਹਨਾਂ ਨੂੰ ਦੱਸੀ ਸੀ। ਦੇਖੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਤੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੇਲੇ ਵੀ ਪਿਆਰਿਓ ਜਿਹੜੇ ਚੌਧਰੀ ਆਏ ਸਨ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਮਹਾਰਾਜ ਜੀ ਦੀ ਬੇਦਬੀ ਇੱਕ ਤਰ੍ਹਾਂ ਦੀ ਕੀਤੀ ਹੈ, ਸਤਿਕਾਰ ਨਹੀਂ ਰੱਖਿਆ। ਉਹਨਾਂ ਦਾ ਕੀ ਹਸ਼ਰ ਹੋਇਆ? ਗਿਆਨੀ ਦਿੱਤ ਸਿੰਘ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਸੀ ਕਿ ਇਹ ਗੁਰੂ ਘਰ ਦੀ ਭਾਈ ਮਰਿਆਦਾ ਨਹੀਂ ਹੈ ਤੇ ਆਪਾਂ ਜਦੋਂ ਗੁਰੂ ਘਰ ਦੇ ਵਿੱਚ ਆਉਂਦੇ ਆ, ਭਾਵੇਂ ਕੋਈ ਬੰਦਾ ਜਿੰਨਾ ਮਰਜੀ ਵੱਡਾ ਮਰਾਤਬੇ ਵਾਲਾ ਹੋਵੇ, ਕੋਈ ਮਿਨਿਸਟਰ ਹੋਵੇ, ਕੋਈ ਕੈਬਨਿਟ ਮਿਨਿਸਟਰ ਹੋਵੇ ਜਾਂ ਕੋਈ ਧਾਰਮਿਕ ਆਗੂ ਹੋਵੇ, ਗੁਰੂ ਘਰ ਦੇ ਵਿੱਚ ਇੱਕ ਪੰਗਤ ਦੇ ਵਿੱਚ ਭਾਵ ਕਿ ਇੱਕ ਸਫਾ ਦੇ ਉੱਤੇ ਸਾਰਿਆਂ ਨੇ ਬਹਿਣਾ, ਕੋਈ ਵੀ ਉੱਤੇ ਨਹੀਂ ਤੇ ਕੋਈ ਵੀ ਹੇਠਾਂ ਨਹੀਂ ਬੈਠ ਸਕਦਾ। ਉਸ ਵੇਲੇ ਜਿਹੜੇ ਤੁਜ਼ਬ ਦੇ ਨਾਲ ਭਰੇ ਹੋਏ ਲੋਕਾਂ ਨੇ ਗਿਆਨੀ ਦਿੱਤ ਸਿੰਘ ਸਾਹਿਬ ਜੀਆਂ ਨੂੰ ਪਿਆਰਿਓ ਤਨਖਈਆ ਕਰ ਦਿੱਤਾ ਸੀ, ਕਰਾਰ ਕਰ ਦਿੱਤਾ ਕਿ ਇਹਨਾਂ ਦੇ ਨਾਲ ਕੋਈ ਵੀ ਰੋਟੀ ਬੇਟੀ ਦੀ ਸਾਂਝ ਨਾ ਕਰੇ, ਇਹ ਗੁਰੂ ਘਰ ਦੇ ਵਿੱਚੋਂ ਤਨਖਾਈਏ ਹਨ ਕਰਕੇ। ਫਿਰ ਪਿਆਰਿਓ ਜਦੋਂ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠ ਆਇਆ, ਗੁਰਦੁਆਰਾ ਸੁਧਾਰ ਲਹਿਰ ਹੋ ਗਈ ਹੈ, ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਫਿਰ ਇਹਨਾਂ ਨੂੰ ਮਾਫੀ ਮੰਗਣੀ, ਤੁਜ਼ਬੀ ਲੋਕਾਂ ਨੇ ਆਪ ਜੀ ਨੂੰ ਤਨਖਈਆ ਕਰ ਦਿੱਤਾ, ਲੇਕਿਨ ਆਪ ਜੀ ਜਿਹੜਾ ਆਪ ਜੀ ਨੇ ਬਚਨ ਕੀਤਾ ਸੀ ਨਾ, ਮੁੱਦਾ ਚੱਕਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਭਾਵੇਂ ਕੋਈ ਜਿੰਨਾ ਮਰਜੀ ਵੱਡਾ ਬੰਦਾ ਹੋਵੇ, ਜਿੰਨਾ ਮਰਜੀ ਵੱਡਾ ਉਹਦਾ ਮੁਰਾਦਬਾ ਹੋਵੇ, ਮਹਾਰਾਜ ਜੀ ਦੇ ਅੱਗੇ ਕੋਈ ਵੀ ਗੱਦੀ ਲਾ ਕਰਕੇ ਬੈਠ ਨਹੀਂ ਸਕਦਾ। ਇਹ ਗੱਲ ਆਪ ਜੀ ਦੀ ਦਰੁਸਤ ਹੈ। ਫਿਰ ਉਹਨਾਂ ਨੂੰ ਪਿਆਰਿਓ ਸਤਿਕਾਰ ਦੇ ਨਾਲ ਮਾਫ ਕੀਤਾ ਗਿਆ ਤੇ ਜਿਹੜੇ ਪਿਛਲਿਆਂ ਨੇ ਜੋ ਗਲਤੀ ਕੀਤੀ ਸੀ ਤੇ ਇਹਨਾਂ ਨੇ ਮਾਫੀ ਮੰਗਣੀ ਕੀਤੀ। ਕਹਿਣ ਦਾ ਭਾਵ ਕਿ ਇੱਕਦਮ ਆ ਜਿਹੜਾ ਪ੍ਰਸੰਗ ਚੱਲ ਰਿਹਾ ਤੇ ਇਹਦੇ ਸੰਬੰਧ ਦੇ ਨਾਲ ਇਹ ਚਰਚਾ, ਇਹ ਕਥਾ ਜੁੜਦੀ ਹੈ, ਇਸ ਕਰਕੇ ਦਾਸ ਨੇ ਬੇਨਤੀ ਕੀਤੀ। ਇਹ ਪ੍ਰਸੰਗ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਕੀਤਾ ਸੀ। ਆਓ ਪਿਆਰਿਓ ਅਗਲਾ ਅਧਿਆਇ, ਅਗਲਾ ਜੋ ਪ੍ਰਸੰਗ ਹੈ, ਅਗਲੀ ਜੋ ਸਾਖੀ ਆਵੇਗੀ ਉਹਨੂੰ ਆਪਾਂ ਨੇ ਸਰਵਣ ਕਰਨਾ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਸ ਪ੍ਰਕਾਰ ਗੁਰ ਫੇਰਾ ਪਾਏ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਜਿਹੜੀ ਆਪ ਜੀ ਨੇ ਪਿੱਛੇ ਦੀਵਾਨ ਦੇ ਵਿੱਚ ਸਾਖੀ ਨੂੰ ਸਰਵਣ ਕੀਤਾ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਇਲਾਕੇ ਦਾ, ਹਰੀਕਿਆਂ ਦਾ, ਨਾਲ ਮੱਤੇ ਦੀ ਸਰਾਏ, ਮੁਕਤਸਰ ਸਾਹਿਬ ਆਦਿਕ ਉਹਨਾਂ ਇਲਾਕੇ ਦੀ ਮਹਾਰਾਜ ਜੀ ਨੇ ਫੇਰਾ ਪਾਉਣਾ ਕੀਤਾ, ਫੇਰੀ ਕਰਨੀ ਕੀਤੀ। ਬਹੁਰ ਖਡੂਰ ਬਿਰਾਜੇ ਆਏ। ਫਿਰ ਉਥੋਂ ਵਾਪਸ ਆ ਕਰਕੇ ਬੈਠ ਖਡੂਰੇ ਜੋਤ ਜਗਾਈ। ਮਹਾਰਾਜ ਜੀ ਨੇ ਖਡੂਰ ਸਾਹਿਬ ਦੇ ਵਿੱਚ ਜੋਤ ਜਗਾਈ ਹੈ। ਸ਼੍ਰੀ ਅੰਗਦ ਨਿਤ ਬੇਪਰਵਾਹ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਖ ਸੁਆਮੀ। ਉਹ ਕਿਨਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਉਹਨਾਂ ਦਾ ਪੱਖ ਕਰਨ ਵਾਲਾ ਪ੍ਰਮਾਤਮਾ ਹੁੰਦਾ ਹੈ, ਆਪ ਮਾਲਕ ਹੁੰਦਾ ਹੈ। ਇਸ ਤਰ੍ਹਾਂ ਬੇਪਰਵਾਹ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੀਰ ਕਮਲ ਸਮ ਲੇਪ ਨ ਕਾਹੇ। ਸੰਸਾਰ ਦੇ ਵਿੱਚ ਜਿਸ ਤਰ੍ਹਾਂ ਪਾਣੀ ਦੇ ਵਿੱਚ ਜਿਉਂ ਅਲੇਪ ਰਹੇ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਅਲਿਪਤ ਹੁੰਦਾ ਹੈ,
ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸੰਸਾਰ ਦੇ ਵਿੱਚ ਰਹਿ ਕਰਕੇ ਸੰਸਾਰੀ ਕਿਰਿਆ ਕਲਾਪਾਂ ਤੋਂ ਮਹਾਰਾਜ ਜੀ ਅਰਲੇਪ ਹਨ, ਨਿਰਲੇਪ ਹਨ। ਬੁਰੀ ਭਲੀ ਕੁਛ ਸੁਨਹਿ ਨਾ ਕਹੈ। ਸਤਿਗੁਰੂ ਮਹਾਰਾਜ ਕਦੇ ਕਿਸੇ ਨੂੰ ਬੁਰਾ ਨਹੀਂ ਬੋਲਦੇ ਹਨ ਤੇ ਕਦੇ ਕਿਸ ਦਾ ਬੁਰਾ ਬਚਨ ਵੀ ਸਤਿਗੁਰੂ ਮਹਾਰਾਜ ਸੁਣਦੇ ਨਹੀਂ। ਆਪਣੇ ਪਰਚੇ ਮਹਿ ਨਿਤ ਰਹੈ। ਸਦਾ ਸਤਿਗੁਰੂ ਮਹਾਰਾਜ ਆਪਣੇ ਪਰਚੇ ਦੇ ਵਿੱਚ ਭਾਵ ਕੇ ਸਦਾ ਸੁਰਤੀ ਮਹਾਰਾਜ ਜੀ ਦੀ ਪ੍ਰਮਾਤਮਾ ਦੇ ਵਿੱਚ ਹੀ ਹੁੰਦੀ ਹੈ। ਤੇ ਇਹ ਕਾਨ ਕਨੌੜ ਕੇ ਕਿੱਥੇ ਕੀ ਚੱਲ ਰਿਹਾ, ਉਹ ਮੇਰੇ ਬਾਰੇ ਕੀ ਬੋਲ ਰਿਹਾ। ਜਿਸ ਤਰ੍ਹਾਂ ਕਈ ਲੋਕ ਕਈਆਂ ਦੇ ਨਾਲ ਇਹੀ ਚੱਲਦੇ ਰਹਿੰਦਾ, ਇਹਨੇ ਆ ਕਰਕੇ ਕੰਨ ਭਰ ਦਿੱਤਾ, ਉਹਨੇ ਆ ਕਰਕੇ ਕਹਿ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਦੇ ਜੋ ਹਨ ਪਰਚਿਆਂ ਦੇ ਵਿੱਚ ਨਹੀਂ ਰਹਿੰਦੇ ਹਨ। ਨਿਤ ਸਦਾ ਸਤਿਗੁਰੂ ਮਹਾਰਾਜ ਸੁਰਤੀ ਜਿਹੜੀ ਹੈ ਪ੍ਰਮਾਤਮਾ ਦੇ ਨਾਲ ਲਾ ਕਰਕੇ ਰੱਖਦੇ। ਕੋਈ ਆ ਕਰਕੇ ਬੁਰਾ ਬੋਲਦਾ ਮਹਾਰਾਜ ਉੱਥੇ ਇਹ ਹੋਇਆ, ਮਹਾਰਾਜ ਕਹਿਣ ਲੱਗੇ ਨਹੀਂ ਭਾਈ ਤੁਸੀਂ ਆਪ ਵੇਖੋ, ਮੈਨੂੰ ਵਿਚਕਾਰ ਨਾ ਲਿਓ। ਮਹਾਰਾਜ ਸਦਾ ਹਰਿ ਕੇ ਰੰਗ ਦੇ ਵਿੱਚ ਰਹਿੰਦੇ ਹਨ, ਕਦੇ ਕਿਹਦੇ ਬਾਬਤ ਬੁਰਾ ਨਹੀਂ ਬੋਲਦੇ। ਆਸ਼ਰਮ ਬਰਨ ਰੀਤ ਜੋ ਧਰਹੀਂ। ਜੋ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ 4 ਵਰਨ ਤੇ 4 ਆਸ਼ਰਮ ਦੀ ਜੋ ਮਰਿਆਦਾ ਚੱਲਦੀ ਸੀ, ਰਹੂ ਰੀਤੀ ਚੱਲਦੀ ਸੀ, ਸੋ ਗੁਰ ਸੰਗਤ ਕੋ ਨਹਿ ਕਰਹੀਂ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਜੋ ਸਿਧਾਂਤ ਦ੍ਰਿੜ ਕਰਨਾ ਕੀਤਾ, ਇੱਕ ਪੰਗਤ ਤੇ ਇੱਕ ਸੰਗਤ ਦਾ ਜੋ ਮਹਾਰਾਜ ਜੀ ਨੇ ਫਲਸਫਾ ਜਾਰੀ ਕੀਤਾ ਸੀ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਭਾਈ ਜਿਹੜਾ ਵੀ ਸੰਗਤ ਦੇ ਵਿੱਚ ਆ ਜਾਵੇ ਕੋਈ ਭੇਦਤਾ, ਵਰਨਵਾਦ ਦੀ ਕੋਈ ਭੇਦਤਾ ਨਹੀਂ ਹੋਵੇਗੀ। ਸਾਰਿਆਂ ਨੂੰ ਇੱਕ ਪੰਗਤ ਤੇ ਇੱਕ ਸੰਗਤ ਦੇ ਵਿੱਚ ਬਿਠਾਇਆ ਜਾਵੇਗਾ। ਉਹੀ ਮਰਿਆਦਾ ਸਤਿਗੁਰੂ ਮਹਾਰਾਜ ਜੀ ਨੇ ਕਾਇਮ ਰੱਖਣੀ ਕੀਤੀ ਹੈ। ਭਾਵੇਂ ਕੋਈ ਰਾਣਾ ਆ ਜਾਵੇ, ਭਾਵੇਂ ਕੋਈ ਰੰਕ ਆ ਜਾਵੇ, ਇਹਨੂੰ ਇਹ ਨਹੀਂ ਕੀਤਾ ਜਾਂਦਾ ਕਿ ਭਾਈ ਉੱਚੀ ਜਾਤ ਵਾਲਾ ਆਇਆ ਉਹਦੇ ਵਾਸਤੇ ਵੱਖਰੀ ਪੰਗਤ ਵੱਖਰੀ ਸੰਗਤ, ਨੀਵੀਂ ਜਾਤ ਵਾਲਾ ਆ ਗਿਆ ਉਹਦੇ ਵਾਸਤੇ ਵੱਖਰੀ ਪੰਗਤ ਸੰਗਤ ਦਾ। ਮਹਾਰਾਜ ਜੀ ਨੇ ਜੋ ਮਰਿਆਦਾ ਚੱਲਦੀ ਸੀ ਨਾ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਦਾ ਖੰਡਨ ਕਰ ਦਿੱਤਾ। ਇੱਕ ਸਮਾਨ ਆਸ਼ਰਮ ਅਰ ਧਰਮ। ਸਾਰਿਆਂ ਨੂੰ ਇਹੀ ਕਿਹਾ ਕਿ ਭਾਈ ਜਿੰਨੇ ਵੀ ਆਸ਼ਰਮ ਧਰਮ ਹਨ ਸਾਰੇ ਇੱਕ ਸਮਾਨ ਹਨ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ ਕਾਰਨ ਕਰਨ ਕਰੀਮ, ਕਿਰਪਾ ਤਹਾਰ ਰਹੀਮ। ਕੋਈ ਉਹੀ ਵਾਹਿਗੁਰੂ ਨੂੰ ਰਾਮ ਕਰਕੇ, ਕੋਈ ਉਹੀ ਵਾਹਿਗੁਰੂ ਨੂੰ ਅੱਲਾ ਕਰਕੇ, ਖੁਦਾ ਕਰਕੇ ਯਾਦ ਕਰ ਰਿਹਾ। ਸਿਰਫ ਨਾਮਾਂ ਦਾ ਭੇਦ ਹੈ ਭਾਈ, ਅਸਲ ਦੇ ਵਿੱਚ ਉਸ ਤੋਂ ਇਲਾਵਾ ਕੋਈ ਭੇਦ ਭਾਵਨਾ ਨਹੀਂ ਹੈ। ਅੱਜ ਵੀ ਪਿਆਰਿਓ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਚੱਲ ਰਹੀ ਹੈ। ਭਾਵੇਂ ਕੋਈ ਉੱਚੀ ਜਾਤ ਵਾਲਾ ਆਵੇ, ਭਾਵੇਂ ਕੋਈ ਨੀਵੀਂ ਜਾਤ ਵਾਲਾ, ਭਾਵੇਂ ਕੋਈ ਸਿੱਖ ਆਵੇ, ਮੁਸਲਮਾਨ, ਜੈਨੀ, ਪਾਰਸੀ, ਬੌਧੀ ਆ ਜਾਵੇ, ਕੋਈ ਪਿਆਰਿਓ ਉਹਨਾਂ ਨੂੰ ਆਪਾਂ ਭਿੰਨ ਭੇਦਤਾ ਦੀ ਦ੍ਰਿਸ਼ਟੀ ਦੇ ਨਾਲ ਨਹੀਂ ਤੱਕਦੇ ਹਾਂ। ਕਿਹਨੇ ਕਿਹਾ ਕਿ ਨਹੀਂ ਤੂੰ ਮੁਸਲਮਾਨ ਹੈ ਭਾਈ ਤੂੰ ਇੱਥੇ ਨਹੀਂ ਬਹਿ ਸਕਦਾ, ਤੂੰ ਉੱਥੇ ਚੱਲ ਜਾ, ਤੂੰ ਸਿੱਖ ਹੈ ਤੂੰ ਇੱਥੇ ਬੈਠ। ਇਸ ਤਰ੍ਹਾਂ ਦੀ ਪਿਆਰਿਓ ਅੱਜ ਵੀ ਆਪਾਂ ਵੇਖਦੇ ਹਾਂ। ਮਹਾਰਾਜ ਜੀ ਨੇ ਜੋ ਮਰਿਆਦਾ ਨਿਰਮਲ ਮਾਰਗ ਤੋਰਨਾ ਕੀਤਾ, ਉਹ ਮਰਿਆਦਾ ਜਿਹੜੀ ਹੈ ਸੀਨਾ ਬਾ ਸੀਨਾ ਗੁਰੂ ਘਰ ਦੇ ਵਿੱਚ ਚੱਲਦਾ ਆ ਰਿਹਾ ਹੈ। ਸ਼੍ਰੀ ਗੁਰ ਕੇ ਇੰਤੇ ਨਹਿ ਭਰਮ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹਨਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜਾਤ ਕਾ ਭਰਮ, ਜਾਤ ਕਾ ਗਰਭ ਨਾ ਕਰਿਆ ਹੋ ਕੋਏ, ਬ੍ਰਹਮ ਵਿਦੈ ਸੋ ਓਪਤ ਹੋਏ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ, ਇਸ ਗਰਭ ਤੇ ਚਾਲੈ ਬਹੁਤ ਬਿਕਾਰਾ। ਕਿ ਭਾਈ ਜਾਤ ਦਾ ਅਭਿਮਾਨ ਗਰਭ ਨਹੀਂ ਕਰਨਾ ਚਾਹੀਦਾ। ਮਾਟੀ ਕੇ ਬਾਸਨ ਕੋ ਦੇਖ। ਫਿਰ ਗੁਰੂ ਘਰ ਦੇ ਵਿੱਚ ਜ਼ਿਆਦਾ ਕਰਕੇ ਤਾਂ ਮਿੱਟੀ ਦੇ ਭਾਂਡੇ ਜਿਹੜੇ ਛਕਣ ਵਾਸਤੇ ਜਾਂ ਪਤਲਾ ਆਦਿਕਾ ਉਹਦੇ ਵਿੱਚ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਜਦੋਂ ਉਹਨਾਂ ਨੂੰ ਵੇਖਿਆ ਮਿਲਹਿ ਨਾ ਕਰਮ ਜੋ ਕਰਤ ਵਿਸ਼ੇ। ਜਿਹੜੇ ਉੱਚ ਕਰਮੀ ਸਨ, ਭਾਵ ਕੇ ਜਿਹੜੇ ਬ੍ਰਾਹਮਣ ਸਨ, ਜਿਹੜੇ ਕਹਿੰਦੇ ਸੀ, ਦਾਵਾ ਕਰਦੇ ਸੀ ਕਿ ਭਾਈ ਅਸੀਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਏ, ਅਸੀਂ ਸਰਵ ਸ੍ਰੇਸ਼ਟ ਹਾਂ ਤੇ ਅਸੀਂ ਇਹ ਪਤਲਾਂ ਦੇ ਵਿੱਚ, ਮਿੱਟੀ ਦੇ ਭਾਂਡਿਆਂ ਦੇ ਵਿੱਚ ਨਹੀਂ ਖਾਣਾ। ਸਾਨੂੰ ਤਾਂ ਚਾਂਦੀ ਦਾ, ਸੋਨੇ ਦੇ ਥਾਲ ਦੇ ਵਿੱਚ ਪਰੋਸ ਕਰਕੇ ਪਹਿਲਾ ਗੱਫਾ, ਪਹਿਲੀ ਥਾਲ ਸਾਨੂੰ ਦਿੱਤੀ ਜਾਵੇ, ਸਾਡਾ ਵੱਖਰਾ ਭੋਜਨ ਹੋਵੇ। ਤੇ ਇਸ ਤਰ੍ਹਾਂ ਦੇ ਜਿਹੜੇ ਦਾਅਵੇ ਕਰਦੇ ਸਨ, ਜਾਤੀ ਅਭਿਮਾਨੀ ਸਨ।
ਤੇ ਉਹਨਾਂ ਨੂੰ ਪਿਆਰਿਓ ਉਹ ਵੇਖ ਕਰਕੇ ਬੜੇ ਸੜ ਬਲ ਗਏ। ਉਹਨਾਂ ਨੂੰ ਲੱਗਿਆ ਕਿ ਮਹਾਰਾਜ ਜੀ ਨੇ ਤਾਂ ਇਹ ਵਰਨਵਾਦ ਹੀ ਖਤਮ ਕਰ ਦਿੱਤਾ, ਕਿਉਂਕਿ ਹੁਣ ਮੰਦਰਾਂ ਦੇ ਵਿੱਚ ਦੂਜੇ ਸਾਡੇ ਅਸਥਾਨਾਂ ਵਿੱਚ ਜਾਂਦੇ ਆ, ਬ੍ਰਾਹਮਣਾਂ ਨੂੰ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਬੜਾ ਸਨਮਾਨ ਪ੍ਰਾਪਤ ਹੁੰਦਾ ਸੀ। ਤੇ ਫਿਰ ਇਹਨਾਂ ਨੇ ਇੰਨਾ ਜ਼ਿਆਦਾ ਫਿਰ ਲੋਕਾਂ ਦਾ ਕਈਆਂ ਨੇ ਸ਼ੋਸ਼ਣ ਵੀ ਕਰਨਾ ਕੀਤਾ ਕਿ ਭਾਈ ਨੀਵੀਂ ਜਾਤ ਵਾਲਿਆਂ ਨੂੰ ਬਹੁਤ ਲਾਂਬੇ ਕਰ ਦਿੱਤਾ। ਤੇ ਹਿੰਦੁਸਤਾਨ ਦਾ ਪਿਆਰਿਓ ਜੋ ਪਤਨ ਦਾ ਕਾਰਨ ਵੀ ਇਹੀ ਹੋਇਆ ਹੈ, ਭਾਵ ਕਿ ਇਹਨਾਂ ਨੇ ਜੋ ਨੀਵੀਂ ਜਾਤ ਵਾਲੇ ਸਨ ਅਖੌਤੀ, ਉਹਨਾਂ ਨੂੰ ਇੰਨਾ ਦੂਰ ਕਰ ਦਿੱਤਾ, ਲਾਗੇ ਨਹੀਂ ਲੱਗਣ ਦਿੱਤਾ ਉਹਨਾਂ ਨੂੰ। ਤੇ ਆਪਣੀ ਮਰਿਆਦਾ ਆਪਣੀ ਵਡਿਆਈ ਇਹਨਾਂ ਨੇ ਇੰਨੀ ਜਿਹੜੀ ਆ ਜਨਾਉਣੀ ਕੀਤੀ। ਉਹ ਜਿੰਨੇ ਵੀ ਨੀਵੀਂ ਜਾਤ ਵਾਲੇ ਲੋਕ ਸਨ ਉਹ ਫਿਰ ਦੁਸ਼ਮਣਾਂ ਦੇ ਨਾਲ, ਤੁਰਕਾਂ ਦੇ ਨਾਲ, ਮੁਗਲਾਂ ਦੇ ਨਾਲ ਜਾ ਕਰਕੇ ਮਿਲ ਗਏ। ਤੇ ਆਪ ਜੀ ਵੇਖਿਓ ਜਦੋਂ ਇਹ ਤੁਰਕ ਚੱਲ ਕਰਕੇ ਆਏ ਤੇ ਬਾਬਰ ਜਦੋਂ ਆਇਆ ਸੀ ਨਾ ਤੇ ਜ਼ਿਆਦੀ ਫੌਜ ਥੋੜੀ ਸੀ ਪਿਆਰਿਓ, 9-10 ਹਜ਼ਾਰ ਦੀ ਫੌਜ ਸੀ ਉਹਦੇ ਕੋਲ, ਉਸ ਤੋਂ ਵੀ ਘੱਟ ਸੀ। ਲੇਕਿਨ ਇਹੋ ਜਿਹੇ ਜਿਹੜੇ ਹਨ ਜਿਨ੍ਹਾਂ ਨੂੰ ਦਬਾਇਆ ਗਿਆ, ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤਾ ਗਿਆ, ਉਹਨਾਂ ਨੇ ਫਿਰ ਉਹਨਾਂ ਦਾ ਸਾਥ ਦੇ ਦਿੱਤਾ। ਉਹ ਉਹਨਾਂ ਦੇ ਧਰਮ ਦੇ ਵਿੱਚ ਚੱਲ ਗਏ, ਉਹਨਾਂ ਦੀ ਸ਼ਕਤੀ ਵੱਧ ਗਈ। ਤੇ ਇਸ ਤਰ੍ਹਾਂ ਭਾਰਤ ਦਾ ਬਹੁਤ ਵੱਡਾ, ਸਭ ਤੋਂ ਵੱਡਾ ਜੇ ਪਤਨ ਦਾ ਕਾਰਨ ਆਪਾਂ ਵੇਖਦੇ ਹਾਂ, ਗੁਲਾਮੀ ਦਾ ਕਾਰਨ ਵੀ ਪਿਆਰਿਓ ਇਹੀ ਵੱਜਦਾ ਹੈ, ਜਾਤ ਪਾਤ ਦਾ ਜੋ ਵਿਤਕਰਾ ਸੀ। ਕਿਉਂਕਿ ਕੋਈ ਬੰਦੇ ਨੂੰ ਤੁਸੀਂ ਲਾਗੇ ਨਾ ਲੱਗਣ ਦਿਓ, ਉਹਦਾ ਤਿਰਸਕਾਰ ਕਰੀ ਜਾਓ। ਤੇ ਉਹਨਾਂ ਨੇ ਤਾਂ ਪਿਆਰਿਓ ਇੱਕ ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਬਾਰ-ਬਾਰ ਕਿਸੇ ਬੰਦੇ ਦਾ ਤਿਰਸਕਾਰ ਕਰ ਦਿਓ, ਉਹਨੇ ਫਿਰ ਤੁਹਾਡਾ ਸਾਥ ਥੋੜੀ ਦੇਣਾ ਹੈ, ਉਹ ਤਾਂ ਫਿਰ ਤੁਹਾਡੇ ਤੋਂ ਦੂਰ ਚੱਲ ਜਾਵੇਗਾ, ਉਹਨੇ ਫਿਰ ਆਪਣਾ ਰਾਸਤਾ ਆਪ ਚੁਣਨਾ। ਫਿਰ ਉਹਨੇ ਇਸ ਤਰ੍ਹਾਂ ਇਹਨਾਂ ਨੇ ਇੰਨਾ ਜ਼ਿਆਦਾ ਉਹਨਾਂ ਦਾ ਤਿਰਸਕਾਰ ਕੀਤਾ, ਉਹ ਦੂਜਿਆਂ ਦੇ ਨਾਲ ਮਿਲ ਗਏ। ਤੇ ਇਹੀ ਪਿਆਰਿਓ ਸਭ ਤੋਂ ਵੱਡਾ ਜਿਹੜਾ ਪਤਨ ਦਾ ਕਾਰਨ ਬਣਿਆ। ਤੇ ਇਹ ਜਾਤੀ ਅਭਿਮਾਨੀ ਬ੍ਰਾਹਮਣ, ਛਤਰੀ ਆਦਿਕ ਜਦੋਂ ਵੇਖਦੇ, ਉਹਨਾਂ ਨੂੰ ਲੱਗਦਾ ਤੇ ਭਾਈ ਇਹ ਤਾਂ ਇਹਨਾਂ ਨੇ ਤਾਂ ਮਰਿਆਦਾ ਦਾ ਖੰਡਨ ਕਰ ਦਿੱਤਾ। ਉਹ ਪਿਆਰਿਓ ਲਾਗੇ ਨਹੀਂ ਆਉਂਦੇ ਸਨ, ਉਹ ਗੁਰੂ ਘਰ ਤੋਂ ਪਰਹੇਜ਼ ਕਰਦੇ, ਉਹ ਭੱਜ ਜਾਂਦੇ। ਪ੍ਰੇਮ ਭਗਤ ਪਰਮੇਸ਼ਰ ਕੇ, ਲੇਕਿਨ ਜੋ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਮਹਾਂਪੁਰਖ ਹਨ, ਉਪਦੇਸ਼ ਇਹ ਮੁੱਖ ਵਡੇਰੇ, ਫਿਰ ਉਹ ਪ੍ਰੇਮਾ ਭਗਤੀ ਕਰਨ ਵਾਲੇ ਜਿਹੜੇ ਜਿਗਿਆਸੂ ਸਨ। ਇਸ ਤਰ੍ਹਾਂ ਨਹੀਂ ਹੈ, ਕਈ ਪਿਆਰਿਓ ਬ੍ਰਾਹਮਣਾਂ ਦੇ ਕੁਲ ਦੇ ਵਿੱਚੋਂ ਸਨ, ਲੇਕਿਨ ਉਹਨਾਂ ਨੂੰ ਜਾਤੀ ਅਭਿਮਾਨ ਨਹੀਂ ਸੀ। ਜੋ ਪ੍ਰੇਮਾ ਭਗਤੀ ਕਰਦੇ ਸਨ ਉਹ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਤੇ ਉਹਨਾਂ ਨੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਉਹਨਾਂ ਨੇ ਉਪਦੇਸ਼ ਲੈਣਾ ਕੀਤਾ। ਇਸ ਤਰ੍ਹਾਂ ਹੀ ਪਿਆਰਿਓ ਜਿਹੜਾ ਬਚਨ ਇੱਕ ਯਾਦ ਆਇਆ ਕਿ ਜਦੋਂ ਇਹਨਾਂ ਦਾ ਪੁਜਾਰੀਆਂ ਦਾ, ਮਹੰਤਾਂ ਦਾ ਜਦੋਂ ਕਬਜ਼ਾ ਸੀ ਨਾ ਗੁਰੂ ਘਰ ਦੇ ਵਿੱਚ, ਵਿਸ਼ੇਸ਼ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵੀ, ਤੇ ਇਹਨਾਂ ਨੇ ਪਿਆਰਿਓ ਕੀ ਕਰਨਾ ਕੀਤਾ ਸੀ, ਫਿਰ ਮਰਿਆਦਾ ਬੰਨ ਦਿੱਤੀ। ਇਹਨਾਂ ਨੇ ਕਿਹਾ ਜੋ ਵੀ ਅਖੌਤੀ ਨੀਵੀਂ ਜਾਤ ਵਾਲਾ ਜਿਹੜਾ ਹੈ ਉਹ ਆਮ ਟਾਈਮ ਆ ਸਕਦਾ। ਫਿਰ ਪਿਆਰਿਓ ਉਹਨਾਂ ਮਹੰਤਾਂ ਨੇ ਵਿਚਾਰ ਕੀਤੀ ਕਿਹੜਾ ਟਾਈਮ ਹੈ, ਸਮਾਂ ਜਿਸ ਵੇਲੇ ਸੰਗਤ ਨਹੀਂ ਹੁੰਦੀ, ਖਾਸ ਕਰਕੇ 2 ਪਹਿਰ ਦਾ ਸਮਾਂ ਜਿਹੜਾ ਹੈ ਉਸ ਵੇਲੇ ਸੰਗਤ ਨਹੀਂ ਹੁੰਦੀ ਸੀ। ਤੇ ਇਹਨਾਂ ਨੇ ਕਹਿ ਦਿੱਤਾ ਕਿ ਭਾਈ 2 ਪਹਿਰ ਦਾ ਸਮਾਂ, ਭਾਵ ਕਿ 12 ਤੋਂ ਲੈ ਕਰਕੇ 3 ਤੱਕ ਦਾ ਸਮਾਂ, 12 ਤੋਂ ਲੈ ਕਰਕੇ 3 ਤੱਕ ਦੇ ਸਮੇਂ ਦੇ ਵਿੱਚ ਅਖੌਤੀ ਨੀਵੀਂ ਜਾਤ ਵਾਲੇ ਉਹ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਸਵੇਰੇ ਵੇਲੇ ਤੇ ਸ਼ਾਮ ਦੇ ਵੇਲੇ ਜਦੋਂ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੁੰਦਾ, ਤੁਸੀਂ ਨਹੀਂ ਆ ਸਕਦੇ। ਜੇ ਤੁਸਾਂ ਨੇ ਆ ਕਰਕੇ ਦਰਸ਼ਨ ਕਰਨਾ ਤੇ 12 ਤੋਂ ਲੈ ਕਰਕੇ 3 ਤੱਕ ਦੇ ਸਮੇਂ ਦੇ ਵਿੱਚ ਹੀ ਦਰਸ਼ਨ ਕਰ ਸਕਦੇ ਹੋ। ਫਿਰ ਇਸ ਤੋਂ ਇਲਾਵਾ ਤੁਸੀਂ ਸਤਿਗੁਰਾਂ ਦੇ ਦਰਸ਼ਨ ਨਹੀਂ ਕਰ ਸਕਦੇ। ਫਿਰ ਪਿਆਰਿਓ ਉਹਨਾਂ ਦੀ ਦੇਗ ਵੀ ਵੱਖਰੀ ਹੁੰਦੀ ਸੀ ਤੇ ਫਿਰ ਉਹਨਾਂ ਦੀ ਦੇਗ ਉਹਨਾਂ ਦੇ ਵਿੱਚ ਹੀ ਵੰਡ ਕਰਕੇ ਫਿਰ ਪਤੀਲਿਆਂ ਨੂੰ, ਫਿਰ ਜੋ ਥਾਲ ਆਦਿਕ ਉਹਨੂੰ ਸਾਫ਼ ਕਰਕੇ ਫਿਰ ਦੁਬਾਰਾ ਫਿਰ ਉੱਚੀ ਜਾਤ ਵਾਲੇ ਜਦੋਂ ਆਉਂਦੇ ਸਨ ਇਹ ਉਸ ਵੇਲੇ ਵਰਤਾਰਾ ਕੀਤਾ ਜਾਂਦਾ। ਫਿਰ ਜੁਝਾਰੂ ਸਿੰਘਾਂ ਨੇ ਉਹਨਾਂ ਨੇ ਪਿਆਰਿਓ ਇਹ ਮੁੱਦਾ ਚੁੱਕਣਾ ਕੀਤਾ। ਉਹਨਾਂ ਨੇ ਕਿਹਾ ਕਿ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੇ ਸੰਸਾਰ ਵਿਸ਼ਵ ਦਾ ਭਰਮਣ ਕਰਕੇ ਮਹਾਰਾਜ ਜੀ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਕੋਈ ਪਿਆਰਿਓ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ, ਜਾਤ ਦਾ ਗਰਵ ਨਾ ਕਰਨਾ ਕਰੋ, ਇਹੀ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦਿੱਤੀ। ਲੇਕਿਨ ਆਪਾਂ ਗੁਰੂ ਘਰ ਦੇ ਵਿੱਚ ਬੈਠ ਕਰਕੇ ਜਾਤ ਪਾਤ ਦਾ ਵਿਤਕਰਾ ਤੁਸੀਂ ਕਰ ਰਹੇ ਹੋ, ਇਹ ਬਹੁਤ ਗਲਤ ਗੱਲ ਹੈ।
ਪਿਆਰਿਓ ਬਹੁਤ ਜ਼ਿਆਦਾ ਫਿਰ ਕਹਿੰਦੇ ਵਾਦ ਵਿਵਾਦ ਵੱਧ ਗਿਆ। ਫਿਰ ਸਿੰਘਾਂ ਨੇ ਕਿਹਾ ਇੱਕ ਕੰਮ ਆਪਾਂ ਕਰਨਾ ਕਰੀਏ, ਇਹ ਮਾਮਲੇ ਨੂੰ ਇਹਦਾ ਨਿਪਟਾਰਾ ਕਰਨ ਵਾਸਤੇ ਚਲੋ ਆਪਾਂ ਚੱਲਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ। ਉੱਥੇ ਚੱਲ ਕੇ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ ਲਵਾਂਗੇ। ਜੋ ਸਤਿਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਆਵੇਗਾ ਉਹਦੀ ਵਿਚਾਰ ਆਪਾਂ ਨੇ ਕਰਨੀ ਹੈ, ਉਹਦੇ ਮੁਤਾਬਕ ਹੀ ਹੁਣ ਮਰਿਆਦਾ ਚਲੇਗੀ। ਫਿਰ ਪਿਆਰਿਓ ਸਾਰਿਆਂ ਨੇ ਜਾ ਕਰਕੇ ਜਿਹੜੇ ਨੀਵੀਂ ਜਾਤ ਵਾਲੇ ਵੀ ਆਏ ਸਨ, ਅਖੌਤੀ ਜਿਨ੍ਹਾਂ ਨੂੰ ਮਜ਼ਬੀ ਕਹਿ ਕਰਕੇ ਲੋਕੀ ਭੰਡਦੇ ਸਨ, ਉਹ ਵੀ ਤੇ ਨਾਲ ਜਿਹੜੇ ਮਹਾਂਪੁਰਖ ਵਿਦਵਾਨ ਸੱਜਣ ਉਹ ਗਏ ਤੇ ਫਿਰ ਉਹਨਾਂ ਦਾ ਵੀ ਮਹੰਤਾਂ ਦਾ ਵੀ ਜਥਾ ਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਸਾਰਿਆਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਮਹਾਰਾਜ ਸਾਡਾ ਪਥ ਪ੍ਰਦਰਸ਼ਿਤ ਕਰਨਾ ਕਰੋ। ਇਹ ਬੇਨਤੀ ਕਰਕੇ ਜਦੋਂ ਹੁਕਮਨਾਮਾ ਲਿਆ ਗਿਆ ਤੇ ਉਹਦੇ ਵਿੱਚ ਪਿਆਰਿਓ ਇਹ ਹੁਕਮਨਾਮਾ ਆਇਆ ਸੀ। ਸਤਿਗੁਰੂ ਮਹਾਰਾਜ ਜੀ ਨੇ ਫਿਰ ਇਹ ਉਹ ਬਚਨ ਕਰਨਾ ਕੀਤਾ ਕਿ ਭਾਈ ਇਸ ਤਰ੍ਹਾਂ ਜਾਤ ਦਾ ਅਪਮਾਨ ਫਿਰ ਨਹੀਂ ਕਰਨਾ ਚਾਹੀਦਾ। ਫਿਰ ਇਹਨਾਂ ਨੂੰ ਫਿਰ ਪਤਾ ਚੱਲ ਗਿਆ। ਫਿਰ ਉਹ ਤੋਂ ਬਾਅਦ ਉਹ ਮਰਿਆਦਾ ਜਿਹੜੀ ਹੈ ਉਹ ਖਤਮ ਹੋ ਗਈ ਸੀ। ਲੋਕ ਵੇਦ ਕੁਲ ਕਰਮ ਪ੍ਰਚਾਰਾ, ਲੋਕ ਵੇਦ ਕੁਲ ਕਰਮ ਪ੍ਰਚਾਰਾ। ਜੋ ਲੋਕ ਲੋਕਾਚਾਰੀ ਦੇ ਵਿੱਚ ਵੇਦਾਂ ਦੇ ਵਿੱਚ ਜੋ ਧਰਮ ਦਾ ਪ੍ਰਚਾਰ ਕਰਮਾਂ ਦਾ ਪ੍ਰਚਾਰ ਕੀਤਾ ਜਾਂਦਾ, ਕਰਹਿ ਨਹੀਂ ਅਰ ਭੈ ਨਹੀਂ ਧਾਰਾ। ਗੁਰੂ ਕੇ ਸਿੱਖ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਨਹੀਂ ਕਰਦੇ ਸਨ ਤੇ ਉਹਦਾ ਭੈ ਵੀ ਜਿਹੜਾ ਨਹੀਂ ਰੱਖਦੇ ਸਨ, ਕਿਉਂਕਿ ਬਹੁਤ ਸਾਰੇ ਪਿਆਰਿਓ ਕਰਮ ਕਾਂਡ ਆਪਾਂ ਭੈ ਦੇ ਸੰਯੁਕਤ ਹੋ ਕਰਕੇ ਕਰਦੇ ਆ। ਕੋਈ ਕੰਮ ਜਿਹੜਾ ਹੈ ਪਰਿਵਾਰਾਂ ਦੇ ਵਿੱਚੋਂ ਜਦੋਂ ਕੋਈ ਮਰਿਆਦਾ ਚਲੀ ਆਉਂਦੀ ਹੈ, ਫਿਰ ਮਨ ਦੇ ਵਿੱਚ ਜਦੋਂ ਉਹਨੂੰ ਬਦਲਣਾ ਹੋਵੇ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਭਾਈ ਇਹ ਕਰਮ ਤਾਂ ਠੀਕ ਨਹੀਂ ਹੈ, ਇਹ ਗੱਲ ਤਾਂ ਗਲਤ ਹੈ, ਤੇ ਇਹ ਪਤਾ ਲੱਗ ਜਾਂਦਾ। ਫਿਰ ਵੀ ਪਿਆਰਿਓ ਜ਼ਬਰਦਸਤੀ ਸਾਨੂੰ ਢੋਣਾ ਪੈਂਦਾ, ਲਕੀਰ ਦੇ ਫਕੀਰ ਬਣਨਾ ਪੈਂਦਾ। ਮਨ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਜੇ ਭਾਈ ਇਹ ਕੰਮ ਨਹੀਂ ਕਰਾਂਗੇ ਲੋਕਾਂ ਨੇ ਕੀ ਕਹਿਣਾ ਹੈ। ਤੇ ਕਈ ਵਾਰੀ ਪਿਆਰਿਓ ਕਰਮ ਕਾਂਡਾਂ ਦਾ ਡਰ ਵੀ ਬੜਾ ਹੁੰਦਾ। ਕੋਈ ਕਰਮ ਕਾਂਡ ਤੁਸੀਂ ਨਾ ਕਰਨਾ ਕਰੋ ਤਾਂ ਫਿਰ ਕੋਈ ਬਿਪਤਾ ਆ ਜਾਵੇ ਤੇ ਲੋਕੀ ਕਹਿ ਦਿੰਦੇ ਕਿ ਲਓ ਭਾਈ ਤੁਸੀਂ ਉਹ ਤੁਹਾਡਾ ਜੱਦੀ ਪੁਸ਼ਤੀ ਜੋ ਕੰਮ ਕਰਦੇ ਸੀ, ਜੋ ਪਰਿਵਾਰ ਦੇ ਵਿੱਚ ਤੁਹਾਡੇ ਗੋਤਰ ਦੇ ਵਿੱਚ ਇਹ ਮਰਿਆਦਾ ਕੀਤੀ ਜਾਂਦੀ ਸੀ, ਉਹ ਤੁਸਾਂ ਨੇ ਨਹੀਂ ਕਰਨਾ ਕੀਤਾ ਤਾਂ ਤੁਹਾਨੂੰ ਇਹ ਪਾਪ ਲੱਗਿਆ, ਤਾਂ ਤੁਹਾਡੇ ਉੱਤੇ ਬਿਪਤਾ ਪੈ ਗਈ। ਫਿਰ ਬੰਦਾ ਪਿਆਰਿਓ ਡਰ ਜਾਂਦਾ। ਲੇਕਿਨ ਗੁਰੂ ਕੇ ਸਿੱਖ ਇੱਥੇ ਕਵੀ ਰਾਜ ਜੀ ਕਹਿੰਦੇ ਹਨ ਉਹ ਫਿਰ ਕਰਮ ਕਾਂਡਾਂ ਤੋਂ ਡਰਦੇ ਨਹੀਂ ਸਨ। ਉਹ ਕਹਿੰਦੇ ਸੀ ਕਿ ਜੋ ਮਰਜ਼ੀ ਹੋ ਜਾਏ ਅਸਾਂ ਨੇ ਨਿਰਮਲ ਮਾਰਗ ਸਿੱਖੀ ਦਾ ਉਹਦਾ ਤਿਆਗ ਨਹੀਂ ਕਰਨਾ। ਤੇ ਜਦੋਂ ਪਿਆਰਿਓ ਅਕਾਲ ਤਖਤ ਸਾਹਿਬ ਜੀ ਦੇ ਵਿੱਚ ਹੁਕਮਨਾਮਾ ਆਇਆ ਸੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਗੁਰ ਕੀ ਕਾਰ ਕਮਾਏ, ਇਹ ਜਿਹੜਾ ਹੁਕਮਨਾਮਾ ਉਸ ਵੇਲੇ ਆਇਆ ਸੀ ਕਿ ਜਿਹਦਾ ਇਹ ਭਾਵ ਸੀ ਕਿ ਜਿਹੜੇ ਨਿਰਗੁਣੇ ਹਨ ਸਤਿਗੁਰੂ ਮਹਾਰਾਜ ਉਹਨਾਂ ਨੂੰ ਬਖਸ਼ ਲੈਂਦੇ ਹਨ। ਜਿਹੜਾ ਵੀ ਗੁਰੂ ਘਰ ਦੇ ਵਿੱਚ ਆ ਜਾਂਦਾ ਤੇ ਸਤਿਗੁਰੂ ਮਹਾਰਾਜ ਇਹੋ ਜਿਹੇ ਨਿਗੁਣਿਆਂ ਨੂੰ ਆਪਣੀ ਸੇਵਾ ਦੇ ਵਿੱਚ ਲਾਜ਼ਮ ਹੋ ਗਈ ਤੇ ਸਾਰੀਆਂ ਸੰਗਤਾਂ, ਕੋਈ ਨੀਵੀਂ ਜਾਤ ਵਾਲਾ ਭਾਵੇਂ ਕੋਈ ਉੱਚੀ ਜਾਤ ਵਾਲਾ, ਹਰ ਸਮੇਂ ਦੇ ਵਿੱਚ ਫਿਰ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਾ ਕਰਕੇ ਦਰਸ਼ਨ ਕਰ ਸਕਦਾ ਸੀ। ਜਾਂ ਤੇ ਲੋਕ ਸਮੀਪ ਨਾ ਆਵੇ। ਇਸ ਕਰਕੇ ਜਿਹੜੇ ਆਮ ਅਖੌਤੀ ਜਿਹੜੇ ਲੋਕ ਹਨ, ਦੰਭੀ ਪਖੰਡੀ ਲੋਕ, ਉਹ ਮਹਾਰਾਜ ਜੀ ਦੇ ਕੋਲ ਨਹੀਂ ਆਉਂਦੇ ਸਨ। ਉਹ ਕਹਿੰਦੇ ਕਿ ਮਹਾਰਾਜ ਜੀ ਤਾਂ ਮਰਿਆਦਾ ਦਾ ਪਾਲਣ ਹੀ ਨਹੀਂ ਕਰਦੇ। ਵੇਦਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਜੋ ਮਰਿਆਦਾ ਵਰਣਵਾਦੀ ਲਿਖੀ ਹੈ ਮਹਾਰਾਜ ਉਹਨੂੰ ਤਾਂ ਉਕਾਈ ਨਹੀਂ ਮੰਨਦੇ ਹਨ। ਤੇ ਉਹੀ ਉਹਨਾਂ ਦੀ ਸੰਗਤ ਦੇ ਵਿੱਚ ਕੋਈ ਚੂੜਾ, ਕੋਈ ਚਮਿਆਰ, ਕੋਈ ਜਿਹੜਾ ਰਾਮਗੜੀਆ, ਕੋਈ ਫਲਾਣਾ ਢਿਮਕਾਣਾ ਬੈਠਿਆ ਹੋਇਆ, ਉਹਨਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਾ ਕਰਕੇ ਬੈਠਣਾ ਕਰੀਏ। ਜਾਤੀ ਅਭਿਮਾਨ ਵਾਲੇ ਫਿਰ ਮਹਾਰਾਜ ਜੀ ਦੇ ਕੋਲ ਨਹੀਂ ਆਉਂਦੇ ਸਨ। ਦੇਖ ਦੂਰ ਤੇ ਸੀਸ ਨਿਵਾਵੇਂ, ਦੂਰੋਂ ਹੀ ਦੇਖ ਕਰਕੇ ਦੂਰੋਂ ਹੀ ਹੱਥ ਜੋੜ ਕੇ ਉੱਥੋਂ ਭੱਜ ਜਾਂਦੇ ਸਨ। ਸੰਗਤ ਕਰਹਿ ਨਾ ਬੈਠੈ ਪਾਸ, ਕਦੇ ਵੀ ਗੁਰੂ ਘਰ ਦੇ ਵਿੱਚ ਆ ਕਰਕੇ ਸੰਗਤ ਨਹੀਂ ਕਰਦੇ, ਗੁਰੂ ਘਰ ਦੇ ਵਿੱਚ ਆ ਕਰਕੇ ਸੰਗਤ ਦੇ ਵਿੱਚ ਨਹੀਂ ਜੁੜਦੇ ਸਨ, ਕਿਉਂਕਿ ਇਹਨਾਂ ਨੂੰ ਆਪਣੀ ਜਾਤੀ ਦਾ ਬੜਾ ਅਭਿਮਾਨ ਸੀ। ਇਹਨਾਂ ਨੂੰ ਲੱਗਦਾ ਕਿ ਇਹ ਨੀਵੀਂ ਜਾਤ ਵਾਲਿਆਂ ਦੇ ਕੋਲ ਅਸੀਂ ਜਾ ਕਰਕੇ ਆਪਾਂ ਬੈਠ ਜਾਵਾਂਗੇ ਤੇ ਫਿਰ ਅਸੀਂ ਵੀ ਨੀਵੇਂ ਬਣ ਜਾਣਾ, ਸਾਡੀ ਤਾਂ ਵਡਿਆਈ ਖਤਮ ਹੋ ਜਾਵੇਗੀ।
ਇਸ ਤਰ੍ਹਾਂ ਹੀ ਪਿਆਰਿਓ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕਰਨਾ ਕੀਤਾ ਤੇ ਅੰਮ੍ਰਿਤ ਸੰਚਾਰ ਜਦੋਂ ਕਰਕੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ, ਪਹਾੜੀ ਰਾਜੇ ਆਏ, ਪਹਾੜੀਆਂ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਅੰਮ੍ਰਿਤ ਛਕ ਕਰਕੇ ਤੁਸੀਂ ਸਿੰਘ ਸੱਜ ਜਾਓ। ਉਸ ਵੇਲੇ ਪਿਆਰਿਓ ਇਹ ਰਾਜੀ ਹੋ ਗਏ ਸਨ। ਭੀਮ ਚੰਦ, ਨਾਹਰ ਚੰਦ, ਕੇਸਰੀ ਚੰਦ ਇਤਿਆਦਿਕ ਜਿਹੜੇ ਵੱਡੇ ਰਾਜੇ ਸਨ, ਉਹਨਾਂ ਨੇ ਕਿਹਾ ਮਹਾਰਾਜ ਤੁਹਾਡੀ ਮਰਿਆਦਾ ਤਾਂ ਕਿਸ ਤਰ੍ਹਾਂ ਸਾਨੂੰ ਦੱਸਣਾ ਕਰੋ ਅੰਮ੍ਰਿਤ ਦੀ। ਮਹਾਰਾਜ ਜੀ ਨੇ ਕਿਹਾ ਇਸ ਤਰ੍ਹਾਂ ਅੰਮ੍ਰਿਤ ਤਿਆਰ ਹੁੰਦਾ ਗੁਰਬਾਣੀ ਦਾ ਜਾਪ ਕਰਕੇ, ਤੇ ਸਾਰੇ ਵਾਰੀ ਵਾਰੀ ਆ ਕਰਕੇ ਜਿਹਨੇ ਵੀ ਅੰਮ੍ਰਿਤ ਦੀ ਦਾਤ ਲੈਣੀ ਉਹ ਵਾਰੀ ਵਾਰੀ ਅੰਮ੍ਰਿਤ ਛਕਦਾ, ਤੇ ਜਿਹੜਾ ਅੰਮ੍ਰਿਤ ਬਚ ਜਾਵੇ ਉਹ ਸਾਰੇ ਜਿਹੜੇ ਹਨ ਫਿਰ ਸਾਰੇ ਗੁਰ ਭਾਈ ਬਣ ਜਾਂਦੇ ਹਨ। ਉਹੀ ਬਾਟੇ ਇੱਕ ਦੂਜਾ ਉਹੀ ਬਾਟਾ ਜਿਹੜਾ ਉਹ ਮੂੰਹ ਨੂੰ ਲਾ ਕਰਕੇ ਸਾਰੇ ਛਕਦੇ। ਇਹ ਵੇਖ ਕਰਕੇ ਉਹਨਾਂ ਪਹਾੜੀ ਰਾਜਿਆਂ ਨੇ ਕਿਹਾ ਮਹਾਰਾਜ ਇਹਦੇ ਵਿੱਚ ਤਾਂ ਬਹੁਤ ਸਾਰੇ ਨੀਵੇਂ ਬੰਦੇ ਆਉਂਦੇ ਹੋਣਗੇ। ਮਹਾਰਾਜ ਜੀ ਨੇ ਕਿਹਾ ਹਾਂ ਭਾਈ, ਲੇਕਿਨ ਜਿਹੜਾ ਇੱਕ ਵਾਰੀ ਅੰਮ੍ਰਿਤ ਛਕ ਲਵੇ ਉਹਦੀ ਜਾਤ ਗੋਤ ਸਭ ਖਤਮ ਹੋ ਜਾਂਦੀ ਹੈ। ਇਹਨਾਂ ਨੇ ਫਿਰ ਬੇਨਤੀ ਕੀਤੀ, ਕਿਹਾ ਮਹਾਰਾਜ ਅਸੀਂ ਇਹਨਾਂ ਨੀਵਿਆਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ ਹੈ। ਇਹ ਜਿਹੜੇ ਨੀਵੇਂ ਲੋਕ ਹਨ, ਕੋਈ ਚਮਿਆਰ ਆ ਗਿਆ, ਕੋਈ ਲੁਹਾਰੀ ਦਾ ਕੰਮ ਕਰਨ ਵਾਲਾ ਹੈ, ਕੋਈ ਅਖੌਤੀ ਨੀਵੀਂ ਜਾਤ ਵਾਲਾ, ਇਹਨਾਂ ਦੇ ਨਾਲ ਅਸੀਂ ਅੰਮ੍ਰਿਤ ਨਹੀਂ ਛਕਣਾ। ਇੱਕ ਕੰਮ ਕਰੋ, ਤੁਸੀਂ ਸਾਡੇ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰਕੇ, ਸਾਡੇ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰਕੇ ਰਾਜਿਆਂ ਨੂੰ ਛਕਾਓ, ਤਾਂ ਮਹਾਰਾਜ ਅਸਾਂ ਨੇ ਅੰਮ੍ਰਿਤ ਅਸਾਂ ਨੇ ਛਕ ਹੀ ਲੈਣਾ। ਮਹਾਰਾਜ ਨੇ ਕਿਹਾ ਕਿ ਭਾਈ ਇਹ ਗੱਲ ਨਹੀਂ ਹੋ ਸਕਦੀ ਹੈ, ਅਸਾਂ ਨੇ ਤਾਂ ਆਹੀ ਭੇਦ ਮਿਟਾਉਣਾ ਹੈ, ਇਹੀ ਤਾਂ ਭੇਦ ਖਤਮ ਕਰਨਾ ਕਿ ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ ਹੈ। ਜਿਹੜਾ ਵੀ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦਾ ਉਹਦੀ ਜਾਤ ਗੋਤ ਖਤਮ ਹੋ ਜਾਂਦੀ ਹੈ। ਭਾਵ ਕਿ ਫਿਰ ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਉਹਦੀ ਜਾਤ ਪਾਤ ਫਿਰ ਸਤਿਗੁਰੂ ਹੀ ਬਣ ਜਾਂਦੀ ਹੈ। ਇਸ ਕਰਕੇ ਪਿਆਰਿਓ, ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ, ਇਹ ਸਿੱਖਿਆ ਸਾਨੂੰ ਫਿਰ ਪ੍ਰਾਪਤ ਹੁੰਦੀ ਹੈ ਕਿ ਭਾਈ ਅੱਜ ਤੋਂ ਜੋ ਵੀ ਤੁਹਾਡੀ ਪਿਛਲੀ ਜਾਤ ਪਾਤ ਗੋਤ ਹੈ ਉਹ ਤੁਹਾਡੀ ਸਭ ਖਤਮ ਹੋ ਗਈ ਹੈ। ਅੱਜ ਤੋਂ ਤੁਹਾਡਾ ਨਵਾਂ ਜਨਮ ਗੁਰੂ ਘਰ ਦੇ ਵਿੱਚ ਹੋਇਆ ਹੈ। ਅੱਜ ਤੋਂ ਤੁਸੀਂ ਗੁਰੂ ਕੇ ਪੁੱਤਰ ਹੋ, ਤੇ ਜਿਹੜੀਆਂ ਬੀਬੀਆਂ ਨੂੰ ਕਿਹਾ ਜਾਂਦਾ ਅੱਜ ਤੋਂ ਤੁਸੀਂ ਗੁਰੂ ਕੀਆਂ ਧੀਆਂ ਹੋ। ਤੇ ਪਿਆਰਿਓ, ਕਈ ਜਿਹੜੇ ਹਨ ਜਦੋਂ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਾਉਂਦੇ, ਖਾਲਸਾ ਸ਼ਬਦ ਲਾਉਂਦੇ ਹਨ, ਜਿਹੜੇ ਕਹਿੰਦੇ ਕਿ ਭਾਈ ਅਸੀਂ ਗੁਰੂ ਕੇ ਸਿੰਘ ਹਾਂ, ਫਿਰ ਸਿੰਘ ਰਹਿ ਕਰਕੇ ਜਾਤ ਪਾਤ ਦਾ ਵਿਤਕਰਾ ਕਰਦੇ ਹਨ। ਕੋਈ ਕਹਿੰਦਾ ਜੀ ਮੈਂ ਜੱਟ ਹਾਂ, ਕੋਈ ਕਹਿੰਦਾ ਜੀ ਮੈਂ ਤਰਖਾਣ ਹਾਂ, ਕੋਈ ਕਹਿੰਦਾ ਮੈਂ ਸਿੰਧੂ ਹਾਂ, ਕੋਈ ਕਹਿੰਦਾ ਜੀ ਮੈਂ ਸੰਧੂ ਹਾਂ, ਸਿੱਧੂ ਹਾਂ, ਚੀਮਾ ਹਾਂ, ਆ ਫਲਾਨਾ ਢਿਮਕਾਣਾ। ਇਹ ਉੱਚੀ ਜਾਤ ਵਾਲੇ, ਨੀਵੀਂ ਜਾਤ ਵਾਲੇ। ਫਿਰ ਪਿਆਰਿਓ ਗੱਲ ਕਿੱਥੇ ਗਈ? ਗੱਲ ਤਾਂ ਕਿ ਇਹ ਮਰਿਆਦਾ ਅਸੀਂ ਬਦਲ ਨਹੀਂ ਸਕਦੇ ਹਾਂ, ਭਾਵੇਂ ਅੰਮ੍ਰਿਤ ਛਕੋ ਜਾਂ ਨਾ ਛਕੋ। ਤੇ ਇਹ ਵੀ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਕਹਿੰਦੇ ਨਾ ਭਈ ਇਹ ਨੀਵੀਂ ਜਾਤ ਵਾਲੇ ਹਨ, ਅਸੀਂ ਰਾਜੇ ਮਹਾਰਾਜੇ ਹਾਂ। ਮਹਾਰਾਜ ਨੇ ਫਿਰ ਬਚਨ ਕੀਤਾ, ਕਿਹਾ ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਤੁਸੀਂ ਕਹਿੰਦੇ ਨਾ ਮਹਾਰਾਜ ਇਹਨਾਂ ਦੀ ਜਾਤ ਗੋਤ ਦੇ ਵਿੱਚ ਕਦੇ ਸਰਦਾਰੀ ਨਹੀਂ ਹੋਈ ਹੈ, ਅਸੀਂ ਸਰਦਾਰ ਹਾਂ, ਸਾਨੂੰ ਵੱਖਰਾ ਅੰਮ੍ਰਿਤ ਛਕਾਇਆ ਜਾਵੇ। ਮਹਾਰਾਜ ਨੇ ਕਿਹਾ ਇਹਨਾਂ ਨੂੰ ਨੀਵੇਂ ਕਹਿੰਦੇ ਸੀ ਨਾ, ਇਹਨਾਂ ਨੀਵਿਆਂ ਨੂੰ ਹੀ ਅਸਾਂ ਨੇ ਫਿਰ ਸਰਦਾਰ ਬਣਾਉਣਾ, ਇਹਨਾਂ ਤੋਂ ਹੀ ਰਾਜ ਕਰਾਉਣਾ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਪਿਆਰਿਓ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਹੈ। ਸੁਨਹਿ ਨ ਬਚਨ ਭਾਗ ਘਟ ਜਾਸ। ਤੇ ਫਿਰ ਜਿਨ੍ਹਾਂ ਦੇ ਪੰਜ ਦਰਿਆ ਵਾਲੀ ਧਰਤੀ, ਤੇ ਇਸ ਤਰ੍ਹਾਂ ਹੀ ਸ਼ਰਾਬ ਦਾ ਮਤਲਬ ਸ਼ਰਾਰਤੀ ਆਬ, ਜਿਹੜਾ ਵੀ ਬੰਦਾ ਇਹਨੂੰ ਛਕ ਲਵੇ ਉਹ ਬੰਦਾ ਸ਼ਰਾਰਤੀ ਬਣ ਜਾਂਦਾ। ਕਈ ਵਾਰੀ ਆਪਾਂ ਵੇਖਦੇ ਹਾਂ, ਆਪਾਂ ਮਹਿਸੂਸ ਵੀ ਕਰਦੇ ਹਾਂ ਪਿਆਰਿਓ, ਆਪਨੇ ਵੀ ਵੇਖਿਆ ਹੋਵੇਗਾ, ਕਈ ਬੰਦੇ ਬੜੇ ਚੰਗੇ ਭਲੇ ਮਾਨਸ ਹੁੰਦੇ ਹਨ, ਠੀਕ ਹੈ, ਲੇਕਿਨ ਥੋੜੀ ਕੋ ਉਹਨਾਂ ਨੂੰ ਸ਼ਰਾਬ ਪਿਲਾ ਦਿਓ, ਕਿਹੋ ਜੀਆਂ ਫਿਰ ਸ਼ਰਾਰਤਾਂ ਕਰਦੇ ਹਨ, ਮਸਤੀ ਚੜ ਜਾਂਦੀ ਹੈ, ਬਹੁਤ ਮਸਤੀ ਕਰਦੇ। ਆਪਾਂ ਵੀ ਦੰਗ ਹੋ ਜਾਂਦੇ, ਯਾਰ ਇਹ ਉਹੀ ਬੰਦਾ ਕਿੰਨਾ ਵਧੀਆ ਬੈਠਿਆ ਸੀ ਗੁਰੂ ਘਰ ਦੇ ਵਿੱਚ, ਕਿੰਨਾ ਨਾਮ ਜਪਦਾ ਸੀ, ਕਿੰਨਾ ਵਧੀਆ ਸੁਭਾਅ ਸੀ, ਲੇਕਿਨ ਸ਼ਰਾਬ ਛਕ ਲਈ ਇਹ ਸ਼ੈਤਾਨ ਬਣ ਗਿਆ। ਤਾਂ ਹੀ ਤਾਂ ਇਹਦਾ ਨਾਮ ਸ਼ਰਾਬ ਰੱਖਿਆ ਗਿਆ, ਜਿਹਨੂੰ ਛਕਣ ਦੇ ਨਾਲ ਬੰਦਾ ਸ਼ਰਾਰਤੀ ਬਣ ਜਾਂਦਾ ਹੈ। ਹੁਣ ਇਹਨੇ ਜਦੋਂ ਸ਼ਰਾਬ ਪੀਣੀ ਹੈ
ਪੀ ਕਰਕੇ ਬਹੁਤ ਜ਼ਿਆਦੀਆਂ ਸ਼ਰਾਰਤਾਂ ਕਰਦਾ ਸੀ, ਲੋਕਾਂ ਨੂੰ ਗਾਲਾਂ ਕੱਢਦਾ ਸੀ। ਮਿਰਗੀ ਰੋਗ ਹੁਤੂ ਤਿਸ ਭਾਰੀ। ਤੇ ਸ਼ਰਾਬ ਛਕ ਕਰਕੇ ਇਹਨੂੰ ਮਿਰਗੀ ਦੇ ਦੌਰੇ ਬਹੁਤ ਜ਼ਿਆਦੇ ਪੈਂਦੇ ਸਨ। ਜਦੋਂ ਵੀ ਸ਼ਰਾਬ ਪੀਣਾ ਮਿਰਗੀ ਦਾ ਦੌਰਾ ਪੈ ਜਾਣਾ। ਵਿਆਕੁਲ ਕਰਹਿ ਉਠੈ ਜਿਸ ਬਾਰੀ। ਜਦੋਂ ਫਿਰ ਮਿਰਗੀ ਦੇ ਦੌਰੇ ਤੋਂ ਉੱਠਦਾ ਨਾ ਬੜਾ ਵਿਆਕੁਲ ਹੋ ਜਾਂਦਾ। ਇਹ ਮਿਰਗੀ ਦਾ ਦੌਰਾ ਵੀ ਪਿਆਰਿਓ ਬੜਾ ਭਿਆਨਕ ਹੁੰਦਾ ਹੈ। ਕਈਆਂ ਨੂੰ ਇਹਦਾ ਰੋਗ ਜਿਹੜੇ ਮਾਨਸਿਕ ਜਾਂ ਸ਼ਾਰੀਰਿਕ ਕਮਜ਼ੋਰ ਹੁੰਦੇ ਹਨ, ਜਾਂ ਔਰ ਕਈ ਤਰ੍ਹਾਂ ਦੇ ਨਾਲ ਇਹ ਬਿਮਾਰੀ ਜਿਹਨੂੰ ਲੱਗ ਜਾਵੇ ਤੇ ਇਹ ਪੜਿਆ ਸੁਣਿਆ ਹੈ ਕਿ ਜਿਹਨੂੰ ਮਿਰਗੀ ਪੈਂਦੀ ਨਾ, ਸਰਕਾਰ ਉਹਨੂੰ ਗੱਡੀਆਂ ਦਾ ਲਾਇਸੈਂਸ ਨਹੀਂ ਦਿੰਦੀ ਹੈ। ਜਿਹਨੂੰ ਜੇ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਭਾਈ ਇਹਨੂੰ ਮਿਰਗੀ ਦਾ ਦੌਰਾ ਪੈਂਦਾ, ਉਹਦਾ ਲਾਇਸੈਂਸ ਤੁਰੰਤ ਰੱਦ ਹੋ ਜਾਂਦਾ। ਜਿਸ ਤਰ੍ਹਾਂ ਕੋਈ ਬੰਦਾ ਕਾਰ ਚਲਾ ਰਿਹਾ, ਬੱਸ ਚਲਾ ਰਿਹਾ ਹੋਵੇ, ਇੱਕਦਮ ਉਹਨੂੰ ਮਿਰਗੀ ਦਾ ਦੌਰਾ ਪੈ ਜਾਵੇ, ਉਹ ਤਾਂ ਬੇਹੋਸ਼ ਹੋ ਜਾਂਦਾ, ਲੇਕਿਨ ਉਹਦੀ ਗਲਤੀ ਕਰਕੇ ਸਾਰੇ ਮਰ ਜਾਂਦੇ। ਇਸ ਤਰ੍ਹਾਂ ਉਹਨਾਂ ਨੂੰ ਇਹ ਲਾਇਸੈਂਸ ਵੀ ਨਹੀਂ ਦਿੱਤਾ ਜਾਂਦਾ। ਕਈ ਵਾਰੀ ਪਿਆਰਿਓ ਦੌਰਾ ਤਾਂ ਛੋਟਾ ਹੀ ਹੁੰਦਾ, 5 ਮਿੰਟ ਦੇ ਵਿੱਚ ਬੰਦੇ ਠੀਕ ਵੀ ਹੋ ਜਾਂਦੇ, ਲੇਕਿਨ ਕਿਸੇ ਸਫ਼ਰ ਦੇ ਵਿੱਚ ਜਾਂ ਕਿਤੇ ਔਕੜ ਘਾੜ ਦੇ ਵਿੱਚ ਬੰਦੇ ਨੂੰ ਦੌਰਾ ਪੈ ਜਾਵੇ ਤੇ ਬੰਦੇ ਦਾ ਬਚਣਾ ਬੜਾ ਮੁਸ਼ਕਲ ਹੁੰਦਾ। ਇਹਨੂੰ ਮਿਰਗੀ ਦਾ ਦੌਰਾ ਪੈਂਦਾ ਤੇ ਫਿਰ ਜਦੋਂ ਉੱਠਦਾ ਬਹੁਤ ਨਮੂਸ਼ੀ ਇਹ ਧਾਰਨ ਕਰਦਾ। ਇੱਕ ਦਿਵਸ ਤਿਸਕੇ ਮਨ ਆਈ। ਇੱਕ ਦਿਨ ਉਹ ਚੌਧਰੀ ਦੇ ਮਨ ਵਿੱਚ ਇਹ ਗੱਲ ਆਈ ਹੈ। ਸੁਨ ਪਿਖ ਸ਼੍ਰੀ ਅੰਗਦ ਵਡਿਆਈ। ਉਹ ਰੋਜ਼ ਜਦੋਂ ਚੁਬਾਰੇ ਤੇ ਚੜਦਾ ਨਾ, ਵੇਖਦਾ ਸੰਗਤਾਂ ਜਿਹੜੀਆਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ, ਮਹਾਰਾਜ ਜੀ ਦੀ ਵਡਿਆਈ ਨੂੰ ਵੇਖ ਕਰਕੇ ਤਬ ਸਮੀਪ ਗੁਰ ਕੇ ਚਲ ਆਇਓ। ਇੱਕ ਦਿਨ ਪਿਆਰਿਓ ਚੌਧਰੀ ਜਿਹੜਾ ਨਗਰ ਦਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ। ਆਪਣੋ ਸਰਬ ਬਿਰਤਾਂਤ ਆ ਸੁਣਾਇਓ। ਕਰਕੇ ਆਪਣਾ ਸਾਰਾ ਬਿਰਤਾਂਤ ਇਹਨੇ ਦੱਸਿਆ ਕਿ ਆ ਮਹਾਰਾਜ ਬੜੀ ਸ਼ਰਾਬ ਛਕਦਾ ਤੇ ਮਿਰਗੀ ਦਾ ਦੌਰਾ ਵੀ ਬੜਾ ਪੈਂਦਾ, ਹਟਦਾ ਨਹੀਂ ਐ। ਆਪ ਤਪਾ ਜੀ ਪਰਮ ਕਿਰਪਾ। ਕਹਿੰਦਾ ਕਿ ਇਹ ਤਪਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਤਪ ਕਰਦੇ ਸਨ ਉਹਨਾਂ ਨੂੰ ਤਪਾ ਜੀ ਕਰਕੇ ਸੰਬੋਧਨ ਕਰਦੇ। ਤੇ ਇਹਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਿਹਾ, ਤਪਾ ਜੀ ਆਪ ਜੀ ਪਰਮ ਕਿਰਪਾਲੂ ਹੋ। ਸਭ ਭਖ ਹੈ ਤੁਮ ਸੁਜਸ ਵਿਸਾਰ। ਸਾਰੀਆਂ ਸੰਗਤਾਂ ਆਪ ਜੀ ਦਾ ਬਹੁਤ ਜ਼ਿਆਦਾ ਸੁਜਸ ਕਰਦੀਆਂ। ਰੋਗ ਅਧਿਕ ਮੇਰੇ ਤਨ ਮਾਹੀ। ਇਹ ਬਹੁਤ ਵੱਡਾ ਰੋਗ ਮਿਰਗੀ ਦਾ ਤੇ ਬਹੁਤ ਜ਼ਿਆਦਾ ਔਰ ਜਿਹੜੇ ਹਨ ਕਈ ਰੋਗ ਮੈਨੂੰ ਲੱਗੇ ਹੋਏ ਹਨ। ਕਰੋ ਕਿਰਪਾ ਜਿਮ ਇਹੋ ਮਿਟ ਜਾਵੇ। ਹੁਣ ਕਿਰਪਾ ਕਰਨਾ ਕਰੋ ਸਤਿਗੁਰੂ ਜੀ ਮਹਾਰਾਜ, ਕੋਈ ਬਚਨ ਦਿਓ ਜਿਹੜੇ ਸਤਿਗੁਰੂ ਹੋ ਕਰਕੇ। ਜਿਮ ਇਹੋ ਕੀਰਤ ਬ੍ਰਿੰਦ ਸੁਨਾਵੇ। ਕਿਉਂਕਿ ਲੋਕੀ ਤਾਂ ਬੜਾ ਤੁਹਾਡਾ ਜਸ ਕਰਦੇ ਕਿ ਆਪ ਜੀ ਸਤਿਗੁਰੂ ਹੋ। ਜੋ ਆਪ ਜੀ ਬਚਨ ਕਰ ਦਿੰਦੇ, ਆਪ ਜੀ ਦਾ ਬਚਨ ਕਦੇ ਟਲਦਾ ਨਹੀਂ ਹੈ। ਮੈਂ ਕਿਸ ਤਰ੍ਹਾਂ ਇਹ ਗੱਲ ਮੰਨਾਂ, ਭਾਵ ਕਿ ਇਹਨੇ ਮਹਾਰਾਜ ਜੀ ਦੇ ਨਾਲ ਹੋੜ ਬੱਧ ਦਿੱਤੀ ਸੀ, ਸ਼ਰਤੀ ਲਾ ਦਿੱਤੀ ਨਾ ਇੱਕ ਤਰ੍ਹਾਂ ਦੀ। ਮਹਾਰਾਜ ਮੈਂ ਕਿਸ ਤਰ੍ਹਾਂ ਮੰਨਾਂ, ਜੇ ਮੇਰਾ ਰੋਗ ਤੁਸੀਂ ਦੂਰ ਕਰੋਗੇ ਤਾਂ ਮੈਨੂੰ ਯਕੀਨ ਹੋਵੇਗਾ ਕਿ ਆਪ ਜੀ ਅੰਤਰਜਾਮੀ ਹੋ, ਸਤਿਗੁਰੂ ਹੋ। ਸੁਨ ਕਿਰਪਾਲ ਇਹੋ ਬਾਗ ਬਖਾਨਾ। ਸੁਣ ਕਰਕੇ ਕਿਰਪਾਲੂ ਸਤਿਗੁਰਾਂ ਨੇ ਉਹਦੇ ਤਾਈਂ ਬਚਨ ਕੀਤਾ। ਜੇਕਰ ਤਿਆਗ ਦੇਹ ਮਦ ਪਾਨਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਿੱਤਰਾ ਸੌਦਾ ਕਰਨਾ ਚਾਹੁੰਦਾ ਸਾਡੇ ਨਾਲ, ਹੋੜ ਬੰਨਣਾ ਚਾਹੁੰਦਾ ਨਾ, ਕਿਉਂਕਿ ਸ਼ਰਤ ਪਿਆਰਿਓ ਇੱਕ ਪਾਸਿਓਂ ਨਹੀਂ ਲੱਗਦੀ ਹੈ। ਕਦੇ ਆਪਾਂ ਦਾਵਾ ਕਰਦੇ ਆਂ, ਸ਼ਰਤ ਲਾਉਂਦੇ ਆਂ, ਹੋੜ ਬੰਨਦੇ ਆਂ, ਇੱਕ ਪਾਸਿਓਂ ਸ਼ਰਤ ਨਹੀਂ ਪਿਆਰਿਓ, ਦੋ ਪਾਸੋਂ ਦੀ ਸ਼ਰਤ ਲੱਗਦੀ ਹੈ। ਕਦੇ ਵੀ ਆਪਨੇ ਵੇਖਿਆ ਹੋਵੇਗਾ, ਕੋਈ ਕੱਲਾ ਬੰਦਾ ਥੋੜੀ ਸ਼ਰਤ ਲਾਉਂਦਾ, ਉਹਦੇ ਵਾਸਤੇ ਦੂਜਾ ਵੀ ਚਾਹੀਦਾ। ਮਹਾਰਾਜ ਕਹਿਣ ਲੱਗੇ, ਮੇਰੇ ਨਾਲ ਸਾਡੇ ਨਾਲ ਸ਼ਰਤ ਲਾਉਂਦਾ ਤੇ ਫਿਰ ਤੈਨੂੰ ਵੀ ਮੈਦਾਨ ਵਿੱਚ ਆਣਾ ਪਵੇਗਾ। ਤੇ ਇੱਕ ਕੰਮ ਤੂੰ ਵੀ ਕਰਨਾ ਕਰ, ਅੱਜ ਤੋਂ ਬਾਅਦ ਆ ਸ਼ਰਾਬ ਛਕਣਾ, ਮਦ ਪਾਣੀ ਬਣਨਾ ਨਾ, ਇਹਦਾ ਤੂੰ ਤਿਆਗ ਕਰ ਦੇ, ਸ਼ਰਾਬ ਨੂੰ ਹੱਥ ਨਾ ਲਾਉਣਾ ਕਰ। ਮਿਰਗੀ ਬਹਰ ਨਾ ਉਠੈ ਕਦਾਈ। ਬਸ ਤੂੰ ਆਪਣੀ ਸ਼ਰਤ ਦੇ ਉੱਤੇ ਕਾਇਮ ਰਵੇ ਤੇ ਅਸੀਂ ਵੀ ਤੈਨੂੰ ਵਾਅਦਾ ਕਰਦੇ ਆਂ, ਬਚਨ ਕਰਦੇ ਆਂ। ਤੇ ਤੂੰ ਜੇ ਸ਼ਰਾਬ ਨੂੰ ਛੱਡ ਦਿੱਤਾ ਤੇ ਮਿਰਗੀ ਦਾ ਦੌਰਾ ਤੇਰੇ ਤੱਕ ਦਾ ਕੀ ਆਣਾ, ਤੇਰੇ ਲਾਗੇ ਵੀ ਨਹੀਂ ਆ ਸਕਦਾ। ਤਨ ਅਰੋਗ ਤੇਰੋ ਹੋ ਜਾਏ। ਤੇ ਤਨ ਦੇ ਵਿੱਚ ਜੋ ਜੋ ਤੇਰੀਆਂ ਬਿਮਾਰੀਆਂ ਹਨ, ਉਹ ਸਾਰੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਤੇ ਤਨ ਕਰਕੇ ਤੂੰ ਅਰੋਗਾ ਹੋ ਜਾਵੇਗਾ। ਜੀ ਆਇਸ ਉਲੰਘ ਕਿਤ ਕਾਲਾ। ਲੇਕਿਨ ਇੱਕ ਗੱਲ ਤੂੰ ਵੀ ਨੋਟ ਕਰਨਾ ਕਰ, ਅਸਾਂ ਨੇ ਬਚਨ ਕੀਤਾ ਤੇ ਤੂੰ ਵੀ ਬਚਨ ਕਰ ਦੇ।
ਜੇ ਸਾਡਾ ਬਚਨ ਜੇ ਤੂਨੇ ਕਦੇ ਮੋੜ ਦਿੱਤਾ, ਕਰਹਿ ਪਾਨ ਮਦ ਹੋਏ ਨ ਟਾਲਾ। ਜੇ ਮਦ ਪਾਨ ਕਰੇਗਾ, ਸ਼ਰਾਬ ਨੂੰ ਹੱਥ ਲਾਵੇਗਾ, ਫਿਰ ਇਹ ਬਚਨ ਜਿਹੜਾ ਸਾਡਾ ਟਲ ਜਾਏਗਾ। ਇਹ ਨਾ ਸੋਚ ਕਿ ਮਹਾਰਾਜ ਤੁਸਾਂ ਨੇ ਬਚਨ ਕੀਤਾ, ਇਹ ਤੂਨੇ ਸ਼ਰਤ ਲਾਈ ਨਾ, ਅਸੀਂ ਸ਼ਰਤ ਦੇ ਨਿਯਮ ਦੱਸ ਰਹੇ ਹਾਂ। ਅਸੀਂ ਤੈਨੂੰ ਬਚਨ ਕਰਦੇ ਹਾਂ, ਤੂੰ ਸ਼ਰਾਬ ਨੂੰ ਹੱਥ ਨਾ ਲਾ, ਤੇਰੇ ਸਾਰੇ ਰੋਗ ਕੱਟੇ ਗਏ, ਤੈਨੂੰ ਮਿਰਗੀ ਦਾ ਦੌਰਾ ਨਹੀਂ ਪਵੇਗਾ। ਲੇਕਿਨ ਜਿਸ ਦਿਨ ਤੂਨੇ ਸ਼ਰਾਬ ਨੂੰ ਹੱਥ ਲਾਇਆ, ਸਾਡਾ ਬਚਨ ਪਿੱਛੇ ਆ ਜਾਵੇਗਾ, ਸਾਡਾ ਬਚਨ ਖਤਮ ਹੋ ਜਾਵੇਗਾ, ਫਿਰ ਉਹਦੀ ਜ਼ਿੰਮੇਵਾਰੀ ਤੇਰੀ ਬਣੇਗੀ। ਤਬ ਮਿਰਗੀ ਹੋਵਹਿ ਤਨ ਆਨ। ਤਾਂ ਉਸੇ ਵੇਲੇ ਮਿਰਗੀ ਦਾ ਦੌਰਾ ਤੈਨੂੰ ਪੈ ਸਕਦਾ ਹੈ। ਜਿਸ ਤੇ ਬਿਨਸ ਜਾਹਿ ਤਉ ਪ੍ਰਾਨ। ਜਿਸ ਕਰਕੇ ਪਿਆਰਿਆ ਹੋ ਸਕਦਾ ਅੱਜ ਤੱਕ ਤਾਂ ਤੇਰੇ ਪ੍ਰਾਨ ਰਹੇ, ਲੇਕਿਨ ਤੂਨੇ ਜੇ ਗੁਰੂ ਘਰ ਦਾ ਬਚਨ ਮੋੜ ਦਿੱਤਾ ਤੇ ਤੇਰੇ ਪ੍ਰਾਨ ਦਾ ਵੀ ਘਾਤ ਹੋ ਸਕਦਾ। ਇਹ ਵੀ ਤੂੰ ਚੇਤੇ ਰੱਖਣਾ ਕਰ। ਸੁਨ ਬੰਧਨ ਕਰ ਸਦਨ ਸਿਧਾਰਾ। ਸੁਣ ਕਰਕੇ ਕਹਿੰਦਾ ਸਤਿਗੁਰੂ ਮਹਾਰਾਜ, ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਮੈਂ ਤੁਹਾਨੂੰ ਬਚਨ ਦਿੰਦਾ ਮਹਾਰਾਜ, ਅੱਜ ਤੋਂ ਬਾਅਦ ਮੈਨੇ ਸ਼ਰਾਬ ਨੂੰ ਹੱਥ ਨਹੀਂ ਲਾਉਣਾ। ਕਿਉਂਕਿ ਬਚਨ ਕਰੇ ਸੋ ਖਿਸਕ ਜਾਏ, ਬੋਲੇ ਸਭ ਕੱਚਾ। ਸਾਰੇ ਉਹਨੂੰ ਕੱਚਾ ਬੋਲਦੇ ਹਨ। ਬਚਨ ਕਰਕੇ ਜਿਹੜੇ ਮੁਕਰ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਨੂੰ ਇਹਨੇ ਬਚਨ ਕਰ ਦਿੱਤਾ, ਸੁਣ ਕਰਕੇ ਬੰਧਨ ਕਰਕੇ ਵਾਪਸ ਆ ਗਿਆ। ਤਿਆਗ ਦੀਨ ਮਦ ਪਾਨ ਕੁਢਾਰਾ। ਉਹਨੇ ਫਿਰ ਕੀ ਕਰਨਾ ਕੀਤਾ ਕਿ ਉਸੇ ਵੇਲੇ, ਕਿਉਂਕਿ ਕਿਹਾ ਸੀ ਨਾ ਮਹਾਰਾਜ ਜੀ ਨੂੰ ਬਚਨ ਦਿੱਤਾ, ਤੇ ਉਹਨੇ ਸ਼ਰਾਬ ਦਾ ਸੇਵਨ ਕਰਨਾ ਛੱਡ ਦਿੱਤਾ। ਰੋਗ ਮਿਰਗੀ ਕੋ ਭਇਓ ਬਿਨਾਸ਼। ਫਿਰ ਕੀ ਤੱਕਦਾ ਕਿ ਭਾਈ ਜਦੋਂ ਮੇਰੀ ਸ਼ਰਾਬ ਛੁੱਟ ਗਈ, ਨਾਲ ਮਿਰਗੀ ਦਾ ਰੋਗ ਵੀ ਜਿਹੜਾ ਇਹ ਖਤਮ ਹੋ ਗਿਆ ਹੈ, ਤੇ ਔਰ ਵੀ ਜਿਹੜੇ ਰੋਗ ਸਨ ਉਹ ਰੋਗ ਖਤਮ ਹੋ ਗਏ, ਮੈਂ ਨਵਾਂ ਨਿਰੋਗਾ ਹੋ ਗਿਆ ਹਾਂ। ਸਦਾ ਅਰੋਗੀ ਹੋਏ ਹੁਲਾਸਾ। ਜਿਹੜਾ ਬੰਦਾ ਪਿਆਰਿਓ ਸਦਾ ਰੋਗ ਦੇ ਨਾਲ ਗ੍ਰਸਿਤ ਰਹਿੰਦਾ, ਹੁਣ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਅਰੋਗੀ ਬਣ ਗਿਆ ਹੈ। ਚਿਰੰਕਾਲ ਸੁਖ ਭੋਗਿਓ ਪੀਨਾ। ਫਿਰ ਬਹੁਤ ਜ਼ਿਆਦਾ ਸੁੱਖ, ਕਿਉਂਕਿ ਪਿਆਰਿਓ ਸਰੀਰ ਤੋਂ ਵੱਡਾ ਸੁੱਖ ਕੋਈ ਨਹੀਂ ਹੈ। ਕਈ ਵਾਰੀ ਸਿਆਣੇ ਕਹਿੰਦੇ ਨਾ ਕਿ ਬੰਦਾ ਕੀ ਕਰਦਾ, ਮਾਇਆ ਨੂੰ ਕਮਾਉਣ ਵਾਸਤੇ ਫਿਰ ਸਰੀਰ ਦਾ ਉਹ ਲਿਹਾਜ਼ ਨਹੀਂ ਰੱਖਦਾ, ਪੂਰਾ ਸਰੀਰ ਨੂੰ ਸਰੀਰ ਦੇ ਇਲਾਜ ਵਾਸਤੇ ਲਾ ਕਰਕੇ ਮਾਇਆ ਖਤਮ ਕਰ ਦਿੰਦਾ ਹੈ। ਕਿਉਂਕਿ ਸਰੀਰ ਦੇ ਸੁੱਖ ਤੋਂ ਵੱਡਾ ਪਿਆਰਿਓ ਕੋਈ ਸੁੱਖ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ, ਸਰੀਰ ਸਵਸਥ ਖੀਣ ਸਮੈ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਹੈ। ਕਈ ਵਾਰੀ ਆਪਾਂ ਵੇਖਦੇ ਹਾਂ, ਕਈ ਬੰਦਿਆਂ ਦੇ ਕੋਲ ਅਤੁੱਟ ਮਾਇਆ ਸੰਪਤੀ ਹੁੰਦੀ ਹੈ, ਲੇਕਿਨ ਸਰੀਰ ਹੀ ਪਿਆਰਿਓ ਸਾਥ ਨਹੀਂ ਦਿੰਦਾ। ਉਹ ਕਹਿੰਦੇ ਕਿ ਭਾਈ ਸਭ ਕੁਝ ਹੈ, ਲੇਕਿਨ ਭੋਗਣ ਵਾਲਾ ਮੇਰੇ ਕੋਲ ਸਰੀਰ ਹੀ ਨਹੀਂ ਹੈ। ਸਰੀਰ ਦਾ ਸਵਸਥ ਰਹਿਣਾ ਪਿਆਰਿਓ ਇਹ ਸਭ ਤੋਂ ਵੱਡੀ ਦਾਤ ਹੈ ਪ੍ਰਮਾਤਮਾ ਦੀ, ਸਭ ਤੋਂ ਵੱਡਾ ਇਹ ਖਜ਼ਾਨਾ ਹੈ। ਬੇਸ਼ੱਕ ਚੌਧਰੀ ਪੁਣਾ ਸੀ, ਮਾਇਆ ਸੀ, ਧਨ ਸੰਪਤੀ ਸੀ, ਲੇਕਿਨ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੁਣ ਸਰੀਰ ਵੀ ਅਰੋਗਾ ਨਿਰੋਗਾ ਹੋ ਗਿਆ। ਮਨ ਕਠੋਰ ਨਹਿ ਕੀਨ ਪਤੀ ਨਾ। ਲੇਕਿਨ ਇੱਕ ਦਿਨ ਕੀ ਹੋਇਆ ਪਿਆਰਿਓ, ਮਨ ਕਰਕੇ ਬੜਾ ਕਠੋਰ ਹੋ ਗਿਆ। ਇਹਨੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਨਹੀਂ ਪਤੀਜਨਾ ਕੀਤਾ। ਭੂਲ ਗਇਓ ਜੜ ਗੁਰ ਕੇ ਬੈਨ। ਜਦੋਂ ਲੰਬਾ ਸਮਾਂ ਜਦੋਂ ਹੋ ਜਾਵੇ ਨਾ ਬੰਦਾ ਪਿਆਰਿਓ, ਉਹ ਬਚਨਾਂ ਨੂੰ ਵਿਸਾਰ ਦਿੰਦਾ ਹੈ। ਇਹਦੇ ਮਨ ਵਿੱਚ ਆਇਆ ਕਿ ਇਹ ਭਾਈ ਕੀ ਗੱਲ ਹੈ। ਮਹਾਰਾਜ ਨੇ ਕਿਹਾ ਕਿ ਭਾਈ ਸ਼ਰਾਬ ਨਾ ਛਕਣਾ ਕਰ, ਤਾਂ ਕਰਕੇ ਤੇ ਤੂੰ ਨਵਾਂ ਨਿਰੋਗਾ ਹੋ ਜਾਵੇਗਾ। ਇਹ ਤਾਂ ਸਿੱਧੀ ਜੀ ਗੱਲ ਹੈ। ਕਈ ਪਿਆਰਿਓ ਇਸ ਤਰ੍ਹਾਂ ਤਰਕ ਕਰਦੇ ਹਨ ਕਿ ਭਾਈ ਮੈਂ ਸ਼ਰਾਬ ਛੱਡ ਦਿੱਤੀ, ਠੀਕ ਹੋ ਗਿਆ। ਲੇਕਿਨ ਪਿਆਰਿਓ ਕਈ ਬੰਦੇ ਸ਼ਰਾਬ ਦਾ ਸੇਵਨ ਬਿਲਕੁਲ ਹੱਥ ਨਹੀਂ ਲਾਉਂਦੇ ਹਨ, ਸ਼ਰਾਬ ਨੂੰ ਕਬਾਬਾਂ ਨੂੰ ਗਲਤ ਪਾਸੇ ਬਿਲਕੁਲ ਨਹੀਂ ਜਾਂਦੇ, ਫਿਰ ਵੀ ਸਰੀਰ ਵੇਖੋ ਉਹਨਾਂ ਦਾ ਬੜਾ ਬਿਮਾਰ ਰਹਿੰਦਾ। ਇਹ ਪਿਆਰਿਓ ਕੋਈ ਆਪਾਂ ਕਹਿ ਨਹੀਂ ਸਕਦੇ ਆ। ਇਹਦੇ ਮਨ ਵਿੱਚ ਆਇਆ ਕਿ ਐਵੇਂ ਸਤਿਗੁਰੂ ਮਹਾਰਾਜ ਜੀ ਨੇ ਮੇਰੇ ਨਾਲ ਛਾਲੀ ਕੀਤਾ, ਉਹਨਾਂ ਦੀ ਕੋਈ ਸ਼ਕਤੀ ਨਹੀਂ ਹੈ, ਕੋਈ ਕਰਾਮਾਤ ਨਹੀਂ ਹੈ। ਸਿੱਧੀ ਜੀ ਗੱਲ ਹੈ ਕਿ ਭਾਈ ਮੈਂ ਸ਼ਰਾਬ ਦਾ ਸੇਵਨ ਕਰਦਾ ਸੀ, ਇਸ ਕਰਕੇ ਬਿਮਾਰ ਹੁੰਦਾ, ਹੁਣ ਸ਼ਰਾਬ ਛੱਡ ਦਿੱਤੀ ਤੇ ਮੈਂ ਨਵਾਂ ਨਿਰੋਗਾ ਹੋ ਗਿਆ। ਇਸ ਤਰ੍ਹਾਂ ਮਹਾਰਾਜ ਜੀ ਦਾ ਬਚਨ ਇਹਨੇ ਵਿਸਾਰ ਦਿੱਤਾ। ਪਤਾ ਨਿਹਾਰ ਲੀਨ ਪੀ ਨੈਣ। ਫਿਰ ਵੀ ਪਿਆਰਿਓ ਕਵੀ ਰਾਜ ਜੀ ਦੱਸਦੇ ਕਿ ਇਹਨੇ ਪਤਾ ਵੀ ਵੇਖ ਲਿਆ,
ਸਭ ਵੇਖ ਲਿਆ ਕਿ ਭਾਈ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਕਰਕੇ ਮੈਂ ਨਵਾਂ ਨਰੋਗਾ ਹੋ ਗਿਆ। ਫਿਰ ਵੀ ਪਿਆਰਿਓ ਅਕਿਰਤ ਘਣ ਬੰਦੇ ਨੇ ਸਤਿਗੁਰੂ ਮਹਾਰਾਜ ਜੀ ਦਾ ਬਚਨ ਵਿਸਾਰ ਦਿੱਤਾ। ਇੱਕ ਦਿਨ ਸ਼ਾਮ ਘਟਾ ਘੁਮੜਾਈ। ਕਵੀ ਰਾਜ ਜੀ ਦੱਸਦੇ ਹਨ ਇਸ ਤਰ੍ਹਾਂ ਹੀ ਪਿਆਰਿਓ ਸ਼ਾਮਾਂ ਦਾ ਵੇਲਾ ਸੀ, ਅਚਨਚੇਤ ਬਹੁਤ ਗਰਮੀ ਸੀ ਤੇ ਘਟਾਵਾਂ ਜਿਹੜੀਆਂ ਹਨ ਕਾਲੀਆਂ ਘਟਾਵਾਂ ਘੁੰਮੜ ਕਰਕੇ ਆ ਗਈਆਂ। ਭਈ ਠੰਡ ਬੂੰਦੇ ਬਰਖਾਈ। ਗਰਮੀ ਦਾ ਮੌਸਮ ਸੀ ਤੇ ਇੱਕਦਮ ਮਾਹੌਲ ਜਿਹੜਾ ਹੈ ਵਾਤਾਵਰਣ ਇੱਕਦਮ ਬਦਲ ਗਿਆ, ਮਾਹੌਲ ਪੂਰਾ ਠੰਡਾ ਹੋ ਗਿਆ, ਰਿਮ ਝਿਮ ਬਰਸਾਤ ਹੋ ਰਹੀ ਸੀ। ਚਲਹਿ ਵਾਯੂ ਸੁਖ ਦੇਵਨਹਾਰੀ। ਤੇ ਵਾਯੂ ਜਿਹੜੀ ਹੈ ਐਨ ਮੰਦ ਮੰਦ ਚੱਲ ਰਹੀ ਹੈ ਜੋ ਤਨ ਨੂੰ ਸੁਖ ਦਵੇ। ਇਸ ਤਰ੍ਹਾਂ ਕਈ ਵਾਰੀ ਪਿਆਰਿਓ ਜਦੋਂ ਮਾਹੌਲ ਇੱਕਦਮ ਬਦਲ ਜਾਵੇ ਆਪਾਂ ਵੀ ਚੁਬਾਰਿਆਂ ਤੇ ਚੜ ਜਾਂਦੇ ਆ, ਕੋਠਿਆਂ ਤੇ ਚੜਦੇ ਆ, ਕਹਿੰਦੇ ਲਓ ਜੀ ਕਿੰਨਾ ਵਧੀਆ ਲੱਗ ਰਿਹਾ, ਐਨ ਠੰਡੀ ਠੰਡੀ ਜੀ ਹਵਾ ਆ ਰਹੀ ਹੈ। ਇਸ ਤਰ੍ਹਾਂ ਫਿਰ ਵਾਤਾਵਰਣ ਦਾ ਆਨੰਦ ਲੈਣ ਵਾਸਤੇ ਚੁਬਾਰੇ ਚੜ ਗਿਆ। ਮਧੁਰ ਮਧੁਰ ਗਰਜਤ ਘਟਕਾਰੀ। ਫਿਰ ਹੌਲੀ ਹੌਲੀ ਬੱਦਲ ਵੀ ਜਿਹੜਾ ਗੱਜ ਰਿਹਾ ਸੀ। ਤਬ ਹੀ ਮਦਰਾ ਲੀਨ ਮੰਗਾਈ। ਤੇ ਪਿਆਰਿਓ ਜਿਹੜੇ ਮਦਰਾ ਪਾਣੀ ਹੁੰਦੇ ਹਨ, ਨਸ਼ੇੜੀ ਹੁੰਦੇ, ਇਸ ਤਰ੍ਹਾਂ ਦਾ ਮਾਹੌਲ ਵੇਖ ਕਰਕੇ ਤਾਂ ਉਹਨਾਂ ਨੂੰ ਤਲਬ ਉੱਠਦੀ ਹੈ, ਅੰਦਰੋਂ ਖਿੱਚ ਪੈਂਦੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਥੋੜਾ ਵੀ ਜਿਹੜਾ ਇਹੋ ਜਿਹਾ ਮੌਸਮ ਆ ਜਾਵੇ ਤੇ ਅਮਲੀ ਕਹਿੰਦੇ ਕਿ ਚਲੋ ਜੀ ਲਾਓ ਅਮਲ, ਚਲੋ ਆਪਾਂ ਅਮਲ ਕਰਨਾ ਕਰੀਏ। ਉਹ ਤਾਂ ਇਹੋ ਜਿਹੇ ਮੌਸਮ ਦਾ ਇੰਤਜ਼ਾਰ ਕਰਦੇ ਹਨ। ਮਹਾਰਾਜ ਜੀ ਨੇ ਕਿਹਾ ਨਾ ਕਿ ਨਾਨਕ ਸਾਵਣ ਜੇ ਵਸੈ ਚੌ ਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ। ਤੇ ਜਦੋਂ ਸੌਣ ਦਾ ਮਹੀਨਾ ਆਉਂਦਾ, ਬਰਖਾ ਦੀ ਰੁੱਤ ਆਉਂਦੀ ਹੈ, 4 ਕਿਸਮ ਦੇ ਲੋਕਾਂ ਨੂੰ ਬੜਾ ਆਨੰਦ ਹੁੰਦਾ। ਨਾਗ ਸੱਪ ਉਹ ਵੀ ਬੜੇ ਆਨੰਦ ਵਿੱਚ ਆ ਜਾਂਦੇ, ਮਿਰਗ ਵੀ, ਮੱਛੀਆਂ ਵੀ ਜਿਹੜੀਆਂ ਰਸੀਆਂ ਦਾ ਮਤਲਬ ਕਿ ਜਿਹੜੇ ਰਸਕੇ ਚਸਕੇ ਦੇ ਵਿੱਚ ਲੱਗੇ ਹੋਏ, ਜਿਨ੍ਹਾਂ ਨੂੰ ਖਾਣ ਪੀਣ ਦਾ ਬੜਾ ਚਸਕਾ ਹੁੰਦਾ। ਥੋੜਾ ਵੀ ਮਾਹੌਲ ਬਦਲ ਜਾਵੇ ਆਪਾਂ ਵੀ ਕਹਿੰਦੇ ਆ ਲਓ ਜੀ ਪਕੌੜੇ ਬਣਾਓ ਜਾਂ ਕੁਛ ਕਰਾਰਾ ਜਿਹਾ ਬਣਾਓ, ਛਕਣ ਨੂੰ ਜੀ ਕਰ ਰਿਹਾ। ਇਸ ਤਰ੍ਹਾਂ ਹੀ ਅਮਲੀ ਜਿਹੜੇ ਸ਼ਰਾਬੀ ਕਹਿੰਦੇ ਜੀ ਲਓ ਜੀ, ਤੇ ਰਸੀਆ ਘਰ ਧਨ ਹੋਏ, ਜਿਨ੍ਹਾਂ ਦੇ ਘਰ ਦੇ ਵਿੱਚ ਧਨ ਹੋਵੇ ਉਹਨਾਂ ਨੂੰ ਵੀ ਸੌਣ ਬੜਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਹੁਣ ਜਦੋਂ ਮੀਂਹ ਪੈ ਰਿਹਾ ਇਹਨੇ ਫਿਰ ਸ਼ਰਾਬ ਮੰਗਾਈ ਹੈ। ਉਮਗਿਓ ਰਿਦਾ ਰਹਿਓ ਨਹਿ ਜਾਈ। ਮਨ ਵਿੱਚ ਬੜਾ ਉਮਕ ਕਰਕੇ ਆ ਰਿਹਾ ਕਿ ਕਦੋਂ ਮੈਂ ਛੇਤੀ ਪੈਕ ਲਾ ਕਰਕੇ ਛਕ ਲਵਾਂ। ਕਰਿਓ ਪਾਨ ਮੁਖ ਨੁਕਲ ਮੰਗਾਏ। ਨਾਲ ਪਿਆਰਿਓ ਇਹ ਨਸ਼ਈ ਜਿਹੜੇ ਹੁੰਦੇ ਸ਼ਰਾਬ ਦਾ ਸੇਵਨ ਕਰਨ ਵਾਲੇ, ਇਹ ਕਹਿੰਦੇ ਜੀ ਸੁੱਕੀ ਸ਼ਰਾਬ ਜਿਹੜੀ ਹੈ, ਗਿੱਲੀ ਸ਼ਰਾਬ ਅੰਦਰ ਨਹੀਂ ਲੰਘਦੀ, ਉਹਦੇ ਨਾਲ ਮਾਲ ਮੱਤਾ ਵੀ ਚਾਹੀਦਾ, ਕਰਾਰਾ ਨਮਕੀਨ ਵੀ ਚਾਹੀਦਾ, ਕਬਾਬ ਵੀ ਚਾਹੀਦਾ। ਤੇ ਫਿਰ ਕਈ ਵਾਰੀ ਆਪਾਂ ਵੀ ਵੇਖਦੇ ਹਾਂ ਇਸ ਤਰ੍ਹਾਂ ਫਿਰ ਪੂਰਾ ਦਸਤਰਖਾਨਾ ਉਹ ਸਜਾਉਂਦੇ ਹਨ। ਇਹਨੇ ਤੁਰੰਤ ਘਰ ਵਾਲੀ ਨੂੰ ਕਿਹਾ ਕਿ ਚੌਧਰਾਣੇ ਕੀ ਕਰਦੀ ਆ, ਛੇਤੀ ਜਾ ਨਮਕੀਨ ਕਰਾਰਾ ਬਣਾ ਕੇ ਲਿਆ ਤੇ ਐਨ ਮਸਾਲੇਦਾਰ ਲੈ ਕੇ ਆ। ਨੁਕਲ ਵੀ ਇਹਨੇ ਮੰਗਾ ਲਿਆ। ਖਾਵਤ ਚੜਿਓ ਅਮਲ ਉਰਛਾਏ। ਪਹਿਲੇ ਤਾਂ ਪਿਆਰਿਓ ਆ ਨੁਕਲ ਆਦਿਕ ਮਾਲ ਮਤਾ ਛਕਿਆ ਤੇ ਨਾਲ 2-4 ਜਦੋਂ ਇਹਨੇ ਪੈਕ ਲਾਏ ਤੇ ਫਿਰ ਬੜਾ ਇਹਨੂੰ ਨਸ਼ਾ ਚੜ ਗਿਆ। ਜਾਏ ਅਰੂੜਿਓ ਬਹੁਰ ਅਟਾਰੀ। ਫਿਰ ਸ਼ੱਕ ਕਰਕੇ ਅਟਾਰੀ ਤੇ ਬਾਹਰ ਆ ਗਿਆ, ਬਾਰ-ਬਾਰ ਇਹਨੇ ਆਉਣਾ ਕੀਤਾ। ਵੇਖਨ ਬਹਾਰ ਬਰਖ ਤੋਂ ਬਾਰੀ। ਕੀ ਤੱਕਦਾ ਕਿ ਰਿਮ ਝਿਮ ਬਰਸਾਤ ਜਿਹੜੀ ਹੈ ਬੂੰਦਾਬਾਂਦੀ ਹੋ ਰਹੀ ਹੈ, ਮੀਂਹ ਪੈ ਰਿਹਾ ਹੈ। ਗੁਰ ਦੇਸ਼ ਊਚੇ ਕਹਿਓ ਪੁਕਾਰਾ। ਤੇ ਫਿਰ ਉਤੋਂ ਕੀ ਤੱਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਘਰ ਦੇ ਵਿੱਚ ਬੈਠੇ ਹੋਏ ਹਨ, ਧਿਆਨ ਦੇ ਵਿੱਚ ਬੈਠੇ ਹੋਏ। ਜਦੋਂ ਇਹਦਾ ਧਿਆਨ ਸਤਿਗੁਰਾਂ ਦੇ ਵੱਲ ਗਿਆ, ਕਰ ਮਦਪਾਨ ਪਇਓ ਮਤਵਾਰਾ। ਜਦੋਂ ਪਿਆਰਿਓ ਆਪਾਂ ਵੇਖਦੇ ਨਾ ਸ਼ਰਾਬ ਜਿਹਨੂੰ ਬੋਲਦੇ ਸ਼ਰਾਰਤੀ ਆਬ, ਬੰਦੇ ਨੂੰ ਛਕਾ ਦਿਓ ਤੇ ਪਿਆਰਿਓ ਬੰਦਾ ਸ਼ਰਾਰਤੀ ਬਣ ਜਾਂਦਾ। ਹੁਣ ਮਨ ਵਿੱਚ ਸ਼ਰਾਰਤਾਂ ਆ ਗਈਆਂ, ਹੁਣ ਐਵੇਂ ਵਿਅਰਥ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਨਾਲ ਇਹਨੇ ਪੰਗਾ ਲਿਆ। ਉੱਚੀ ਆਵਾਜ਼ ਦੇ ਵਿੱਚ ਮਹਾਰਾਜ ਜੀ ਨੂੰ ਬਚਨ ਕੀਤਾ, ਤਪਾ ਹਟਾਇਓ ਹੁਕਮ ਤੁਮਾਰਾ। ਤੇ ਕਹਿੰਦਾ ਤਪਾ ਜੀ ਮੈਂ ਤੁਹਾਡਾ ਹੁਕਮ ਮੋੜ ਦਿੱਤਾ। ਬੂੰਦੇ ਬਰਖਤ ਬੜੀ ਬਹਾਰਾ। ਕਹਿੰਦਾ ਮਹਾਰਾਜ ਵੇਖੋ ਕਿਸ ਤਰ੍ਹਾਂ ਬੂੰਦਾ ਬਾਂਦੀ ਹੋ ਰਹੀ ਹੈ, ਮੀਂਹ ਪੈ ਰਿਹਾ ਹੈ। ਰਹਿਓ ਨਾ ਜਾਹੇ ਮੋਹਿ ਤੇ ਕੈਸੇ। ਹੁਣ ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੈਨੂੰ ਸ਼ਰਾਬ ਦੀ ਬੜੀ ਤਲਬ ਉੱਠ ਰਹੀ ਹੈ। ਅਮਲੀ ਜੀਵ ਹੈ, ਅਮਲ ਖਾਏ।
ਅਮਲ ਖਾ ਕਰਕੇ ਹੀ ਅਮਲੀ ਬੰਦਾ ਰਾਜਦਾ। ਕਹਿੰਦਾ ਮੈਨੂੰ ਬੜੀ ਅਮਲ ਦੀ ਤਲਬ ਉੱਠ ਰਹੀ ਹੈ। ਪਾਵਤ ਅਤਿ ਪ੍ਰਮੋਦ ਮੈਂ ਐਸੇ, ਇਹਦੇ ਨਾਲ ਹੀ ਮੈਨੂੰ ਬੜਾ ਆਨੰਦ ਆਵੇਗਾ ਸ਼ਰਾਬ ਛਕ ਕੇ। ਸ਼੍ਰੀ ਅੰਗਦ ਸੁਨ ਬਿਕਸੇ ਤਬ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਖ ਕਰਕੇ ਮੁਸਕਰਾਏ ਹਨ। ਕਹਿਓ ਸੁਚੇਤ ਹੋ ਤੂੰ ਅਬ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਚੌਧਰੀ ਸਾਹਿਬ ਜਿਆਦਾ ਅਭਿਮਾਨ ਨਾ ਕਰਨਾ ਕਰੋ, ਤੂੰ ਸੁਚੇਤ ਹੋ ਜਾ ਹੁਣ। ਛੁੱਟ ਮਿਰਗੀ ਆਈ ਦਿਸ਼ ਤੋਂ, ਕਿਉਂਕਿ ਤੂਨੇ ਗੁਰੂ ਘਰ ਦਾ ਬਚਨ ਮੋੜਨਾ ਕੀਤਾ, ਤੂਨੇ ਵਾਦਾ ਕੀਤਾ ਸੀ ਨਾ, ਤੇ ਅਸਾਂ ਨੇ ਤਾਂ ਹੁਣ ਤੱਕ ਮਿਰਗੀ ਨੂੰ ਬੰਨ ਕਰਕੇ ਵਾਦੇ ਦੇ ਬੱਜੇ ਅਸਾਂ ਨੇ ਬੰਨ ਕੇ ਰੱਖਿਆ, ਤੇ ਤੂਨੇ ਵੀ ਆਪਣਾ ਵਾਦਾ ਕਾਇਮ ਰੱਖਣਾ ਕੀਤਾ। ਹੁਣ ਤੂਨੇ ਆਪਣਾ ਵਾਦਾ ਛੱਡ ਦਿੱਤਾ, ਹੁਣ ਅਸਾਂ ਨੇ ਵੀ ਮਿਰਗੀ ਨੂੰ ਛੱਡ ਦਿੱਤਾ। ਹੁਣ ਕਦੇ ਵੀ ਦੌਰ ਪੈ ਸਕਦਾ, ਜੇ ਬਚਣਾ ਹੀ ਤਾਂ ਪਿਆਰਿਆ ਆਪਣੇ ਆਪ ਨੂੰ ਬਚਾ ਲਵੀਂ। ਹੁਕਮ ਹਟਾਵਨ ਕੀ ਨਸਮੋਹ, ਤੂਨੇ ਸਾਡਾ ਹੁਕਮ ਹਟਾਉਣਾ ਕੀਤਾ, ਅਰਦਾਸ ਕੀਤੀ ਸੀ ਨਾ, ਅਰਦਾਸ ਕਰਕੇ ਮੁਕਰ ਗਿਓ, ਬਚਨ ਕਰਕੇ ਮੁਕਰ ਗਿਓ। ਬਾਂਧੀ ਹੁਤੀ ਹੁਕਮ ਕੀ ਇਹੀ, ਸਤਿਗੁਰੂ ਜੀ ਕਹਿਣ ਲੱਗੇ ਇਹ ਸਾਡੇ ਹੁਕਮ ਦੇ ਵਿੱਚ ਮਿਰਗੀ ਜਿਹੜੀ ਹੈ ਵੱਜੀ ਹੋਈ ਸੀ। ਹੁਕਮ ਨਾ ਰਹਿਓ ਟਿਕਹਿ ਕਬ ਕਿਉਂਕਿ ਕੇ, ਹੁਣ ਹੁਕਮ ਹੀ ਨਹੀਂ ਰਿਹਾ ਤੇ ਹੁਣ ਮਿਰਗੀ ਕਿਸ ਤਰ੍ਹਾਂ ਟਿਕ ਸਕਦੀ ਹੈ। ਤੂਨੇ ਹੁਕਮ ਤੋੜ ਦਿੱਤਾ ਤੇ ਅਸਾਂ ਨੇ ਇਥੋਂ ਮਿਰਗੀ ਨੂੰ ਛੱਡ ਦਿੱਤਾ। ਤਤ ਛਿਨ ਉਠੀ ਚੌਧਰੀ ਜਾਏ, ਤਤ ਛਿਨ ਪਿਆਰਿਓ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਨਾ, ਸਾਧੂ ਬੋਲੇ ਸਹਿਜ ਸੁਭਾਏ ਸਾਧਕਾ ਬੋਲਿਆ, ਬਿਰਥਾ ਨਾ ਜਾਏ। ਮਹਾਰਾਜ ਜੀ ਦਾ ਬਚਨ ਵਿਅਰਥ ਥੋੜੀ ਜਾ ਸਕਦਾ। ਇਹ ਪਿਆਰਿਓ ਮਹਾਰਾਜ ਜੀ ਦੀ ਕਰੋਪੀ ਨਹੀਂ ਹੋਈ ਹੈ। ਮਤਾ ਕਿੱਥੇ ਇਹ ਨਾ ਸਮਝਣਾ ਕਰੋ, ਇਹ ਤਾਂ ਇਹਨੂੰ ਆਪਣੇ ਕਰਮਾਂ ਦਾ ਫਲ ਪ੍ਰਾਪਤ ਹੋ ਰਿਹਾ। ਗੁਰੂ ਘਰ ਤੋਂ ਮੁਨਕਰ ਹੋ ਗਿਆ, ਅਰਦਾਸ ਕਰਕੇ ਮੁਨਕਰ ਹੋ ਗਿਆ, ਬਚਨਾਂ ਤੋਂ ਖਿਸਕ ਗਿਆ, ਤਾਂ ਜਾ ਕਰਕੇ ਇਹਨੂੰ ਮਿਰਗੀ ਦਾ ਤੁਰੰਤ ਦੌਰ ਪੈ ਗਿਆ। ਗਿਰਿਓ ਅਟਾਰੀ ਤੇ ਉਥਲਾ, ਕਿਉਂਕਿ ਇਹ ਅਟਾਰੀ ਤੇ ਆ ਕਰਕੇ ਉੱਤੇ ਚੜ ਕਰ ਦਿੱਤਾ ਈ। ਹੁਣ ਲਾ ਸ਼ਰਾਬ ਮੈਂ ਛਕ ਰਿਹਾ ਹਾਂ, ਮੇਰਾ ਕੀ ਵਿਗੜਨ ਵਾਲਾ ਹੈ। ਤੁਰੰਤ ਪਿਆਰਿਓ ਸਿਰ ਪਰਨੇ ਭਾਰ ਜਿਹੜਾ ਅਟਾਰੀ ਤੋਂ ਥੱਲੇ ਗਿਰ ਗਿਆ। ਸੀਸ ਤਰਾ ਪਰ ਲਾਗਿਓ ਜਬ, ਸਿਰ ਪਰਨੇ ਭਾਰ ਜਦੋਂ ਹੇਠ ਗਿਰਿਆ, ਇਹਦਾ ਸਿਰ ਜਦੋਂ ਥੱਲੇ ਵੱਜਿਆ ਧਰਤੀ ਤੇ, ਫੂਟਿਓ ਨਿਕਸ ਮੀਜ ਤਹ ਤਬ। ਤੁਰੰਤ ਪਿਆਰਿਓ ਸਿਰ ਜਿਹੜਾ ਜਿਸ ਤਰ੍ਹਾਂ ਮਟਕਾ ਫੁੱਟ ਜਾਂਦਾ ਇਸ ਤਰ੍ਹਾਂ ਫੁੱਟ ਗਿਆ, ਲਹੂ ਮਿਜ ਬਾਹਰ ਆਇਆ। ਤਤ ਛਿਨ ਮਰਿਓ ਮੁਗਧ ਦੁਖ ਪਾਏ, ਤਤ ਛਿਨ ਆ ਮੂਰਖ ਜਿਹੜਾ ਚੌਧਰੀ ਜਿਹੜਾ ਮਹਾਰਾਜ ਜੀ ਦੇ ਬਚਨਾਂ ਤੋਂ ਮੁਨਕਰ ਹੋ ਗਿਆ, ਅਰਦਾਸ ਕਰਕੇ ਮੁਕਰ ਗਿਆ, ਉਹਦੀ ਇਹੋ ਜੀ ਦੁਰਦਸ਼ਾ ਹੋ ਗਈ ਹੈ। ਲਿਓ ਸੰਬੰਧਨ ਦਿਓ ਜਲਾਏ, ਫਿਰ ਤਾਂ ਪਿਆਰਿਓ ਸੰਬੰਧੀਆਂ ਨੂੰ ਤਾਂ ਇਹੀ ਗੱਲ ਹੁੰਦੀ ਹੈ, ਚਲੋ ਆ ਕਰਕੇ 1-2 ਘੰਟਾ ਵੈਣ ਪਾਉਂਦੇ ਹਨ, ਕਹਿੰਦੇ ਜੀ ਕਾਢੋ ਹੋਈ, ਚਲੋ ਜੀ ਛੇਤੀ ਕਰਨਾ ਕਰੋ, ਚੌਧਰੀ ਸਾਹਿਬ ਨੂੰ ਆਪਾਂ ਸਾੜਨਾ ਕਰੀਏ। ਤੁਰੰਤ ਫੜ ਕਰਕੇ ਸੰਬੰਧੀਆਂ ਨੇ ਆ ਕਰਕੇ ਮਿੰਟ ਦੇਰ ਨਹੀਂ ਲਾਈ, ਤੁਰੰਤ ਜਾ ਕਰਕੇ ਜਿਹੜਾ ਚੌਧਰੀ ਬੜਾ ਫੂਕਾਂ ਮਾਰਦਾ ਸੀ, ਤੁਰੰਤ ਉਹਨੂੰ ਸਾੜ ਦਿੱਤਾ ਗਿਆ। ਇੰਨੀਆਂ ਕੋ ਪਿਆਰਿਓ ਬੇਨਤੀਆਂ ਪ੍ਰਵਾਨ ਕਰਨਾ ਕਰੋ, ਕਿਉਂਕਿ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰ ਆਧਾਰ। हे ठाकुर हूँ दासरो, मैं निर्गुण गुण नहीं कोय। नानक दीजै नाम दान, राखों हिया परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़ै सो उतरै पार। जो शरधा कर सेवंदे, गुर पार उतारण हार। कथा निता व्रत होत है, सुनो सो सिंह सुजान। नानक गुरु गोबिंद सिंह जी, सदा करै कल्याण।
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਬਾਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਫੌਜਾਂ ਵਾਲੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਚੋਜੀ ਪਿਆਰੇ ਗੋਬਿੰਦ ਸਿੰਘ ਜੀ ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋਨ